ਸ਼ੇਰੇ ਪੰਜਾਬ 600 AM ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਅੱਜ ਦੇ ਇਸ ਪ੍ਰੋਗਰਾਮ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ। ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ। ਹਰ ਪਾਸੇ ਇਸ ਗੱਲ ਦੀ ਚਹਿਲ ਪਹਿਲ ਹੈ। ਤਿਆਰੀ ਕਰਦੇ ਹਾਂ ਆਪਾਂ ਹਰ ਇੱਕ ਤਿਉਹਾਰ ਦੀ। ਬੇਸ਼ੱਕ ਜਦੋਂ ਵੀ ਰੱਖੜੀ ਦੀ ਗੱਲ ਹੁੰਦੀ ਹੈ ਉਦੋਂ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਕੀਤੀ ਜਾਂਦੀ ਹੈ। ਪਰ ਸ਼ਾਇਦ ਸਾਡੇ ਵਿੱਚੋਂ ਬਹੁਤ ਘੱਟ ਲੋਕ ਨੇ ਜਿਹੜੇ ਇਸ ਗੱਲ ਦੀ ਅਹਿਮੀਅਤ ਪਹਿਚਾਣਦੇ ਆ ਕਿ ਚਾਹੇ ਭੈਣ ਹੈ ਜਾਂ ਭਰਾ ਹੈ। ਅੰਗਰੇਜ਼ੀ ਦੇ ਵਿੱਚ ਆਪਾਂ ਇੱਕ ਸ਼ਬਦ ਵਰਤਦੇ ਹਾਂ ਸਿਬਲਿੰਗਸ ਕਿਹਾ ਜਾਂਦਾ ਇਰਰਿਸਪੈਕਟਿਵ ਆਫ ਦਾ ਫੈਕਟ ਕਿ ਜਿਹੜਾ ਵੀ ਤੁਹਾਡਾ ਬ੍ਰਦਰ ਹੈ ਜਾਂ ਸਿਸਟਰ ਹੈ, ਤੁਸੀਂ 2-4 ਭੈਣਾਂ ਹੋ, 2 ਭੈਣਾਂ ਹੋ ਜਾਂ 2 ਤੋਂ ਵੱਧ ਤੁਹਾਡੇ ਭੈਣ ਭਰਾ ਹੈਗੇ ਆ। ਇਹ ਜੈਂਡਰ ਨਿਊਟਰਲ ਵਰਡ ਹੈਗਾ ਜਿਹੜਾ ਸਿਬਲਿੰਗ ਵਰਤਿਆ ਜਾਂਦਾ। ਸਿਬਲਿੰਗਸ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਹੈ। ਅਸੀਂ ਅਕਸਰ ਇਹ ਗੱਲ ਤਾਂ ਕਰਦੇ ਹਾਂ ਕਿ ਮਾਪਿਆਂ ਦੇ ਨਾਲ ਬੱਚਿਆਂ ਦੇ ਰਿਲੇਸ਼ਨਸ਼ਿਪ ਕਿਹੋ ਜਿਹੇ ਹੋਣੇ ਚਾਹੀਦੇ ਆ, ਮਾਪਿਆਂ ਨੂੰ ਕਿਸ ਤਰ੍ਹਾਂ ਕਮਿਊਨੀਕੇਸ਼ਨ ਬਿਹਤਰ ਕਰਨੀ ਚਾਹੀਦੀ ਹੈ। ਪਰ ਸਭ ਤੋਂ ਘੱਟ ਜਿਸ ਚੀਜ਼ ਬਾਰੇ ਗੱਲ ਕੀਤੀ ਜਾਂਦੀ ਹੈ ਉਹ ਸ਼ਾਇਦ ਸਿਬਲਿੰਗਸ ਦੇ ਨਾਲ ਸਾਡੀ ਰਿਲੇਸ਼ਨਸ਼ਿਪ ਕਿਹੋ ਜਿਹੀ ਹੈ ਉਹਦੇ ਬਾਰੇ। ਜ਼ਰਾ ਗੌਰ ਦੇ ਨਾਲ ਸੋਚੀਏ ਤਾਂ ਸਿਬਲਿੰਗਸ ਦੇ ਨਾਲ ਸਾਡੇ ਰਿਸ਼ਤੇ ਜਿਹੜੇ ਨੇ ਉਹ ਬਹੁਤ ਅਹਿਮੀਅਤ ਰੱਖਦੇ ਨੇ। ਕਿਉਂ ਅਹਿਮੀਅਤ ਰੱਖਦੇ ਆ? ਅੱਜ ਇਸੇ ਸਿਲਸਿਲੇ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ। ਸਿਬਲਿੰਗਸ ਦਾ ਆਪਸ ਦੇ ਵਿੱਚ ਕਿਹੋ ਜਿਹਾ ਰਿਸ਼ਤਾ ਹੈ, ਉਹਨੂੰ ਹੋਰ ਕਿਉਂ ਬਿਹਤਰ ਕੀਤਾ ਜਾਣਾ ਚਾਹੀਦਾ, ਉਹਨੂੰ ਹੋਰ ਕਿਉਂ ਇੰਪਰੂਵ ਕਰਨਾ ਚਾਹੀਦਾ, ਕਿਸ ਤਰੀਕੇ ਦੇ ਨਾਲ ਇਹ ਚੀਜ਼ ਸਾਨੂੰ ਗੌਰ ਦੇ ਨਾਲ ਵਾਚ ਕਰਨੀ ਚਾਹੀਦੀ ਹੈ ਕਿ ਸਾਡੇ ਘਰ ਵਿੱਚ ਜਿਹੜੇ ਬੱਚੇ ਨੇ ਉਹ ਆਪਸ ਦੇ ਵਿੱਚ ਕਿਸ ਤਰ੍ਹਾਂ ਦਾ ਵਰਤਾਅ ਰੱਖ ਰਹੇ ਆ, ਕਿਹੋ ਜਿਹਾ ਉਹਨਾਂ ਦਾ ਕਮਿਊਨੀਕੇਸ਼ਨ ਸਿਸਟਮ ਹੈ। ਇੱਕ ਦੂਸਰੇ ਦੇ ਨਾਲ ਜਿੰਨਾ ਵੀ ਉਹਨਾਂ ਦਾ ਵਰਤਾਰਾ ਹੈ ਉਹ ਯਕੀਨਨ ਤੌਰ ਦੇ ਉੱਤੇ ਉਹਨਾਂ ਦੀਆਂ ਪਰਸਨੈਲਿਟੀਜ਼ ਨੂੰ ਇੰਪੈਕਟ ਕਰਨ ਵਾਲਾ ਹੈ। ਬਹੁਤ ਵਾਰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਮਾਪੇ ਐਂ ਕਰਨ, ਮਾਪੇ ਇਉਂ ਕਰਨ ਬੱਚਿਆਂ ਦੇ ਲਈ, ਪਰ ਇਹ ਵੀ ਇੱਕ ਵੱਖਰਾ ਪਰਸਪੈਕਟਿਵ ਹੋਏਗਾ ਜੇ ਅਸੀਂ ਗੌਰ ਦੇ ਨਾਲ ਇਸ ਚੀਜ਼ ਨੂੰ ਦੇਖਣਾ ਸ਼ੁਰੂ ਕਰੀਏ, ਸੋਚਣਾ ਸ਼ੁਰੂ ਕਰੀਏ ਕਿ ਸਾਡੇ ਬੱਚੇ ਆਪਸ ਦੇ ਵਿੱਚ ਕਿਸ ਤਰ੍ਹਾਂ ਦਾ ਰਿਲੇਸ਼ਨਸ਼ਿਪ ਰੱਖ ਰਹੇ ਹੈ। ਆਪਣੇ ਬਾਕੀ ਅਸੀਂ ਕਹਿੰਦੇ ਹਾਂ ਕਿ ਆਪਣੇ ਫਰੈਂਡਸ ਦੇ ਨਾਲ ਉਹਨਾਂ ਦਾ ਰਿਸ਼ਤਾ ਵਧੀਆ ਹੈ, ਪਰ ਭੈਣ ਭਰਾਵਾਂ ਦਾ ਆਪਸ ਦੇ ਵਿੱਚ, ਭਰਾਵਾਂ ਦਾ ਆਪਸ ਦੇ ਵਿੱਚ, ਭੈਣਾਂ ਦਾ ਆਪਸ ਦੇ ਵਿੱਚ ਰਿਸ਼ਤਾ ਕਿਸ ਤਰ੍ਹਾਂ ਇੰਪੈਕਟ ਕਰਦਾ ਹੈ, ਕਿੰਨਾ ਮਹੱਤਵਪੂਰਨ ਹੈ। ਅੱਜ ਕੁਝ ਇਸੇ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਅਸੀਂ ਕਰਾਂਗੇ। ਮੈਂ ਆਪਣੇ ਨਾਲ ਸ਼ਾਮਿਲ ਕਰਨ ਜਾ ਰਹੀ ਹਾਂ ਰੂਪੀ ਧਾਲੀਵਾਲ ਹੁਣਾਂ ਨੂੰ। ਰੂਪੀ ਬਾਰੇ ਤੁਸੀਂ ਜਾਣਦੇ ਹੋ ਕਿ ਰੂਪੀ ਕਈ ਸਾਲਾਂ ਤੋਂ ਪੇਰੈਂਟਿੰਗ ਬਾਰੇ ਗੱਲਾਂ ਬਾਤਾਂ ਕਰਦੇ ਆ ਰਹੇ ਨੇ। ਇਹਨਾਂ ਨੇ ਕਿਤਾਬ ਲਿਖੀ ਹੋਈ ਹੈ ਇੱਕ ਕਿ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰੀਏ। ਰੂਪੀ, ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਥੈਂਕ ਯੂ ਨਵਜੋਤ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੂਪੀ, ਮੈਂ ਇੱਥੋਂ ਹੀ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਗੱਲ ਮੈਂ ਕਹਿ ਦਿੱਤੀ ਹੈ ਕਿ ਅਸੀਂ ਮਾਪਿਆਂ ਬਾਰੇ ਕਰਦੇ ਹਾਂ ਕਿ ਮਾਪਿਆਂ ਦਾ ਤਾਂ ਬੱਚਿਆਂ ਦਾ ਰਿਲੇਸ਼ਨ ਕਿਹੋ ਜਿਹਾ ਹੋਣਾ ਚਾਹੀਦਾ, ਪਰ ਬੱਚਿਆਂ ਦਾ ਆਪਸ 'ਚ ਰਿਲੇਸ਼ਨ ਕਿਹੋ ਜਿਹਾ ਹੋਣਾ ਚਾਹੀਦਾ ਇਹ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ। ਇਹਦੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ ਕਿ ਬੱਚਿਆਂ ਦੀ ਜਿਹੜੀ ਆਪਸੀ ਸਾਂਝ ਹੈ, ਆਪਸ ਦੇ ਵਿੱਚ ਰਿਲੇਸ਼ਨਸ਼ਿਪ ਹੈ, ਕਿਸ ਤਰੀਕੇ ਦੇ ਨਾਲ ਉਹ ਇੱਕ ਦੂਸਰੇ ਨੂੰ ਸਪੋਰਟ ਕਰ ਰਹੇ ਆ ਜਾਂ ਕਮਿਊਨੀਕੇਟ ਕਰ ਰਹੇ ਆ? ਹਾਊ ਇੰਪੋਰਟੈਂਟ ਇਜ਼ ਦੈਟ? ਦੇਖੋ, ਇਹ ਬਹੁਤ ਹੀ ਇੰਪੋਰਟੈਂਟ ਹੈ ਕਿ ਤੁਹਾਡੇ ਭੈਣ ਭਰਾਵਾਂ ਦੇ ਨਾਲ ਕਿੱਦਾਂ ਦਾ ਰਿਸ਼ਤਾ ਆ। ਪਰ ਉਹ ਰਿਸ਼ਤੇ ਦੀ ਜਿਹੜੀ ਬੁਨਿਆਦ ਆ ਉਹ ਫਿਰ ਬੈਕ ਟੂ ਪੇਰੈਂਟਿੰਗ ਆ ਜਾਂਦੀ ਆ। ਸਾਡੇ ਕਲਚਰ ਦੇ ਵਿੱਚ ਜਿੰਨਾ ਅਸੀਂ ਭੈਣ ਭਰਾਵਾਂ ਬਾਰੇ ਸੋਚਦੇ ਹਾਂ ਜਾਂ ਸਪੋਰਟ ਕਰਨ ਬਾਰੇ ਸੋਚਦੇ ਹਾਂ, ਉਦੋਂ ਵੱਧ ਉਹਦੇ ਵਿੱਚ ਇੰਨੀਆਂ ਵੱਡੀਆਂ ਕੰਧਾਂ ਖੜੀਆਂ ਹੋਈਆਂ ਨੇ ਕਿ ਇੱਕ ਘਰ ਦੇ ਵਿੱਚ ਰਹਿਣ ਵਾਲੇ ਯੰਗ ਬੱਚੇ ਹਾਲੇ ਉਹਨਾਂ ਦੀ ਮੈਰਿਜ ਵੀ ਨਹੀਂ ਹੋਈ, ਦੇ ਨਾਟ ਟਾਕਿੰਗ ਟੂ ਈਚ ਅਦਰ, ਜਾਂ ਉਹ ਫਾਈਟ, ਜਿਵੇਂ 2 ਮੁੰਡੇ ਆ ਉਹ ਫਾਈਟ ਕਰਦੇ ਆ ਇੱਕ ਦੂਜੇ ਦੇ ਨਾਲ। ਕਈ ਵਾਰੀ ਪੇਰੈਂਟਸ ਨੂੰ ਪੁਲਿਸ ਮੰਗਵਾਉਣੀ ਪੈਂਦੀ ਆ। ਦੋਜ਼ ਆਰ ਦਾ ਇੰਸੀਡੈਂਟਸ ਜਿਹੜੇ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਚੁੱਕੀ ਹਾਂ ਇੰਟਰਵਿਊ ਕਰਨ ਨੂੰ। ਅਤੇ ਕਈ ਗੱਲਾਂ ਹੁੰਦੀਆਂ ਜਿੱਥੇ ਭੈਣ ਭਰਾ ਆਪਸ ਦੇ ਵਿੱਚ ਗੱਲ ਨਹੀਂ ਕਰ ਰਹੇ, ਜਾਂ 2 ਭੈਣਾਂ ਆਪਸ ਦੇ ਵਿੱਚ ਬਿਲਕੁਲ ਗੱਲ ਨਹੀਂ ਕਰ ਰਹੀਆਂ, ਜਾਂ ਪੇਰੈਂਟਸ ਜਿਹੜਾ ਫੇਵਰਿੰਗ ਕਰ ਰਹੇ ਆ ਇੱਕ ਚਾਈਲਡ ਦੀ, ਦੂਜਾ ਚਾਈਲਡ ਲੈਫਟ ਅਲੋਨ ਆ, ਦੇ ਆਰ ਸਟਰਗਲਿੰਗ ਵਿਦ ਮੈਂਟਲ ਹੈਲਥ ਇਸ਼ੂਜ਼। ਦੇਰ ਆਰ ਲੋਟਸ ਗੋਇੰਗ ਔਨ ਇਨ ਦ ਕਮਿਊਨਿਟੀ। ਸਟਾਰਟ ਕਿੱਥੋਂ ਕਰੀਏ? ਜੀ, ਸਟਾਰਟਿੰਗ ਜਿਹੜੀ ਆ ਇਸ ਟੌਪਿਕ ਦੀ ਸਟਾਰਟਿੰਗ ਹੋਊਗੀ ਪੇਰੈਂਟਸ ਤੋਂ, ਕਿਉਂਕਿ ਕੋਈ ਵੀ ਪੇਰੈਂਟ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਜਿਹੜੇ ਉਹ ਆਪਸ ਦੇ ਵਿੱਚ ਲੜਾਈ ਕਰਨ। ਪਰ ਬਹੁਤ ਗੱਲਾਂ ਪੇਰੈਂਟ ਇਸ ਤਰ੍ਹਾਂ ਸੁਤੇ ਸਿੱਧ ਕਰ ਜਾਂਦੇ ਆ ਜਿਹੜਾ ਕਿ ਇਹਨਾਂ ਚੀਜ਼ਾਂ ਨੂੰ ਦੀ ਜੜ ਜਿਹੜੀ ਆ ਉਹ ਤੇ ਨਿੱਕੇ ਹੁੰਦਿਆਂ ਤੇ ਹੀ ਹੋ ਜਾਂਦੀ ਆ।
ਮੈਂ ਇਸ ਚੀਜ਼ ਨੂੰ ਆਪਾਂ ਮੈਂ ਚਾਹੁੰਦੀ ਹਾਂ ਕਿ ਥੋੜ੍ਹਾ ਜਿਹਾ ਅੱਗੇ ਚੱਲ ਕੇ ਡਿਵੈਲਪ ਕਰੀਏ ਆਪਾਂ ਕਿ ਪੇਰੈਂਟਸ ਕੀ ਕਰਨ ਜਾਂ ਪੇਰੈਂਟਸ ਕੋਲੋਂ ਕੀ ਮਿਸਟੇਕਸ ਹੁੰਦੀਆਂ। ਜੇ ਆਪਾਂ ਇਹ ਦੇਖੀਏ ਕਿ ਸਿਬਲਿੰਗਸ ਦਾ ਆਪਸ ਦੇ ਵਿੱਚ ਜਿਹੜਾ ਰੋਲ ਹੈ ਉਹ ਕਿੰਨਾ ਇੰਪੋਰਟੈਂਟ ਹੈ, ਕਿੱਦਾਂ ਸਿਬਲਿੰਗ ਇੱਕ ਦੂਸਰੇ ਦੇ ਲਈ ਮਹੱਤਵਪੂਰਨ ਨੇ? They are it's a very important role for each other. ਦੇਖੋ ਜ਼ਿੰਦਗੀ ਦੇ ਵਿੱਚ ਤੁਹਾਨੂੰ ਫਰੈਂਡ ਮਿਲ ਜਾਣਗੇ, ਪਰ ਜਿਹੜਾ ਸਿਬਲਿੰਗ ਆ ਨਾ ਉਹ ਤੁਹਾਡਾ ਇੱਕ ਤੁਹਾਡੇ ਖੂਨ ਦਾ ਰਿਸ਼ਤਾ ਆ। ਜੋ ਤੁਹਾਡਾ ਭੈਣ ਭਰਾ ਤੁਹਾਡੇ ਲਈ ਕਰ ਸਕਦਾ ਉਹ ਹੋਰ ਕੋਈ ਨਹੀਂ ਕਰ ਸਕਦਾ। ਕਦੇ ਅੱਖਾਂ ਮੀਚ ਕੇ ਸੋਚੋ, ਤੁਹਾਡੇ ਜਦੋਂ ਪੇਰੈਂਟਸ ਨਹੀਂ ਰਹਿੰਦੇ, who is the next to you? It's your own siblings. ਬਿਲਕੁਲ। ਤੁਹਾਡੀ ਭੈਣ, ਤੁਹਾਡਾ ਭਰਾ, ਇਹ ਕਿੰਨਾ ਇੰਪੋਰਟੈਂਟ ਆ, ਇਹ ਸਾਹ ਲੈਣ ਜਿੰਨਾ ਇੰਪੋਰਟੈਂਟ ਆ। ਕਿਉਂਕਿ ਤੁਹਾਨੂੰ ਤੁਹਾਡੀ ਹੋਂਦ ਕਿਵੇਂ ਰਹਿ ਜਾਂਦੀ ਹੈ, ਇਕੱਲੇ ਰਹਿ ਜਾਂਦੇ ਹੋ ਤੁਸੀਂ ਜ਼ਿੰਦਗੀ ਦੇ ਵਿੱਚ ਤੁਹਾਡੇ ਮਾਪਿਆਂ ਤੋਂ ਬਾਅਦ। ਬਿਲਕੁਲ। ਤੁਸੀਂ ਮਾਂ-ਬਾਪ ਬਣਾਉਂਦੇ ਹੋ ਜਦੋਂ ਤੁਸੀਂ ਇੱਕ ਕਪਲ ਦੇ ਘਰ ਇੱਕ ਬੱਚਾ ਜਨਮ ਲੈਂਦਾ ਤਾਂ ਉਹ ਇੱਥੇ ਫੈਮਿਲੀ ਪ੍ਰੋਡਿਊਸ ਹੁੰਦੀ ਆ। ਉਦੋਂ ਪਹਿਲਾਂ ਤਾਂ ਉਹ ਹਸਬੈਂਡ ਵਾਈਫ ਹੀ ਰਹਿੰਦੇ ਆ। ਬਿਲਕੁਲ। ਫੈਮਿਲੀ ਦਾ ਨਾਂ ਤਾਂ ਉਦੋਂ ਆਉਂਦਾ ਜਦੋਂ ਇੱਕ ਬੱਚਾ ਆ ਗਿਆ। ਹੁਣ ਜਦੋਂ ਪੂਰੀ ਫੈਮਿਲੀ ਕੰਪਲੀਟ ਹੁੰਦੀ ਹੈ, ਜਦੋਂ ਇੱਕ ਹੋਰ ਬੱਚਾ ਆ ਗਿਆ ਤਾਂ ਉਹਦੇ ਵਿੱਚ ਸਿਬਲਿੰਗ ਆਉਂਦੇ ਆ। ਦੈਟ ਮੀਨਸ ਦਿਸ ਰਿਲੇਸ਼ਨਸ਼ਿਪ ਇਜ਼ ਵੈਰੀ ਵੈਰੀ ਇੰਪੋਰਟੈਂਟ ਤੁਹਾਡੇ ਭੈਣ ਭਰਾ ਦਾ। ਇੱਕ ਤਾਂ ਇਹ ਹੈ ਕਿ ਹਮ ਉਮਰ ਹੁੰਦੇ ਆ, ਥੋੜ੍ਹਾ ਉਹਨਾਂ ਦਾ ਫਰਕ ਹੁੰਦਾ, ਉਹਨਾਂ ਨੂੰ ਇਹ ਵੀ ਲੱਗਦਾ ਕਿ ਸਾਡੀ ਅੰਡਰਸਟੈਂਡਿੰਗ ਹੈ ਉਹ ਜ਼ਿਆਦਾ ਆ। ਬਹੁਤ ਵਾਰ ਰੂਪੀ ਇਹ ਚੀਜ਼ਾਂ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਗੱਲਾਂ ਕਈ ਵਾਰ ਬੱਚੇ ਮਾਪਿਆਂ ਨਾਲ ਨਹੀਂ ਕਰਦੇ, ਸਿਬਲਿੰਗ ਨਾਲ ਕਰਦੇ ਆ, ਉਹ ਸਿਬਲਿੰਗਸ ਦੇ ਨਾਲ ਕਰਦੇ ਆ। ਬਿਲਕੁਲ ਕਰਦੇ ਆ, ਹੈ ਨਾ। ਕਈ ਵਾਰ ਆਪਾਂ ਮਨ ਦਾ ਕੋਈ ਬੋਝ ਆਪਣਾ ਹਲਕਾ ਕਰਨਾ ਹੈ, ਅਸੀਂ ਇਹ ਸੋਚਦੇ ਹਾਂ ਕਿ ਨਹੀਂ ਮਾਪਿਆਂ ਦੇ ਨਾਲ ਇਹ ਚੀਜ਼ ਗੱਲ ਕੀਤੀ ਨਹੀਂ ਜਾ ਸਕਦੀ। ਤੁਹਾਡੇ ਸੀਕ੍ਰੇਟ ਹੁੰਦੇ ਆ ਤੁਹਾਡੇ ਭੈਣ ਭਰਾਵਾਂ ਦੇ, ਕਈ ਇਸ਼ੂਜ਼ ਇਸ ਤਰ੍ਹਾਂ ਦੇ ਆ, ਕਈ ਟੌਪਿਕਸ ਇਸ ਤਰ੍ਹਾਂ ਦੇ ਆ, ਅਸੀਂ ਮਾਪਿਆਂ ਦੇ ਨਾਲ ਉਹ ਗੱਲਬਾਤ ਕਰਨ ਦੇ ਵਿੱਚ ਕੰਫਰਟੇਬਲ ਫੀਲ ਨਹੀਂ ਕਰਦੇ। ਮੈਂ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਸੁਣੀਆਂ ਆਪਣੇ ਲੋਕਾਂ ਕੋਲੋਂ ਕਿ ਕਈ ਜਿਹੜੇ ਹਾਰਡ ਟੌਪਿਕਸ ਨੇ, ਔਖੇ ਇਸ਼ੂਜ਼ ਆ ਜਿਨ੍ਹਾਂ ਬਾਰੇ ਗੱਲ ਕਰਨੀ ਸਾਨੂੰ ਮਾਪਿਆਂ ਦੇ ਨਾਲ ਔਖੀ ਲੱਗ ਰਹੀ ਹੈ, ਉਹ ਸਭ ਤੋਂ ਪਹਿਲਾਂ ਕਹਿੰਦੇ ਆਪਣੇ ਸਿਬਲਿੰਗਸ ਦੇ ਨਾਲ ਕਰਦੇ ਆ। ਉਹਦੇ ਵਿੱਚ ਅਬਿਊਜ਼ ਦੀ ਗੱਲ ਹੈ ਜਾਂ ਕਿਸੇ ਤਰ੍ਹਾਂ ਦੇ ਮੈਂਟਲ ਸਟ੍ਰੈਸ ਦੀ ਗੱਲ ਹੈਗੀ ਆ। ਮੋਸਟ ਆਫ ਦਾ ਟਾਈਮਸ ਉਹ ਆਪਣੇ ਪੇਰੈਂਟਸ ਦੀ ਬਜਾਏ ਪਹਿਲਾਂ ਸਿਬਲਿੰਗਸ ਦੇ ਨਾਲ ਸ਼ੇਅਰ ਕਰਦੇ ਆ। ਬਿਲਕੁਲ। ਬਚਪਨ ਤੋਂ ਸ਼ੁਰੂ ਕਰੋ। ਬਚਪਨ ਤੋਂ ਆਪਾਂ ਕੋਈ ਵੀ ਗਲਤੀ ਕਰ ਲਈ ਜਿਹੜੀ ਅਸੀਂ ਪੇਰੈਂਟਸ ਨੂੰ ਨਹੀਂ ਦੱਸਣੀ, ਪਰ ਸਿਬਲਿੰਗ ਨੂੰ ਆਪਸ 'ਚ ਪਤਾ ਹੁੰਦਾ ਵੀ ਅਸੀਂ ਕੀ ਕੀਤਾ, ਪਰ ਅਸੀਂ ਪੇਰੈਂਟਸ ਨੂੰ ਨਹੀਂ ਦੱਸਿਆ। ਪਰ ਕੋਈ ਬਹੁਤ ਵੱਡੀ ਸੰਗੀਨ ਗਲਤੀ ਨਹੀਂ ਹੁੰਦੀ, ਮਾੜੀ ਮੋਟੀ ਕੋਈ ਕੱਪ ਟੁੱਟ ਗਿਆ, ਕੋਈ ਕੁਛ ਕਰਤਾ, ਕੋਈ ਕੁਛ ਕਰਤਾ, ਇੱਦਾਂ ਦੀਆਂ ਗੱਲਾਂ, ਜਾਂ ਡੋਰ ਤੁਸੀਂ ਖੁੱਲ੍ਹਾ ਛੱਡਤਾ, ਜਾਂ ਇਸ ਥੋੜ੍ਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਇੰਜੋਏ ਕਰਦੇ ਹੋ ਕਿ ਯੈਸ ਵੀ ਹੈਂਡਲ ਇਟ, ਬਟ ਪੇਰੈਂਟਸ ਡਿਡਨਟ ਨੋ ਅਬਾਊਟ ਇਟ। ਉਹ ਜਿਹੜੇ ਸੀਕ੍ਰੇਟ ਨੇ, ਉਹ ਜਿਹੜਾ ਜਾਂ ਤੁਸੀਂ ਆਪਣੇ ਪੇਰੈਂਟਸ ਦਾ ਮਜ਼ਾਕ ਉਡਾਉਂਦੇ ਹੋ, ਜਾਂ ਤੁਸੀਂ ਉਹਨਾਂ ਦੀ ਕੋਈ ਗੱਲ ਜਿਹੜੀ ਹੈ ਉਹਨਾਂ ਦੀ ਸਾਂਗ ਲਾਉਂਦੇ ਹੋ, ਜਾਂ ਕੁਛ ਕਰਦੇ ਹੋ, ਦੋਜ਼ ਆਰ ਦ ਥਿੰਗਸ ਆਰ ਵੈਰੀ ਵੈਰੀ ਇੰਪੋਰਟੈਂਟ ਫॉर ਸਿਬਲਿੰਗਸ ਟੂ ਹੈਵ ਇਟ। ਫਿਰ ਤੁਸੀਂ ਇਕੱਠੇ ਹੁੰਦੇ ਹੋ, ਤੁਹਾਨੂੰ ਜੇ ਪੇਰੈਂਟਸ ਕਿਤੇ ਜਾਂਦੇ ਆ ਤੁਹਾਡੇ ਕੋਲ ਇੱਕ ਦੂਜੇ ਦਾ ਸਹਾਰਾ ਹੁੰਦਾ। ਬਚਪਨ ਦੀਆਂ ਗੱਲਾਂ ਕਰਦੇ ਹਾਂ ਮੈਂ, ਛੋਟੀਆਂ। ਐਗਜ਼ੈਕਟਲੀ। ਪਤਾ ਕੀ ਆਪਾਂ ਦੇਖੋ, ਬਚਪਨ ਦਾ ਇੱਕ ਤਾਂ ਟਾਈਮ ਉਹ ਹੁੰਦਾ ਜਦੋਂ ਹਜੇ ਇੱਕਦਮ ਸਾਡੇ ਮਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਬੋਝ ਨਹੀਂ ਪਿਆ ਹੁੰਦਾ। ਦੈਟਸ ਵਾਈ ਉਹ ਸਾਡੀ ਲੇਟਰ ਏਜ ਤੱਕ ਵੀ ਚੀਜ਼ਾਂ ਰਜਿਸਟਰ ਹੋਈਆਂ ਰਹਿੰਦੀਆਂ। ਅੱਜ ਵੀ ਅਸੀਂ ਇਸ ਏਜ ਦੇ ਵਿੱਚ ਵੀ ਬੈਠ ਕੇ ਬਚਪਨ ਦੀਆਂ ਗੱਲਾਂ ਬਿਲਕੁਲ ਉਸੇ ਤਰ੍ਹਾਂ ਕਰ ਸਕਦੇ ਹਾਂ ਜਿਵੇਂ ਉਹ ਕੱਲ੍ਹ ਦੀਆਂ ਗੱਲਾਂ ਹੁੰਦੀਆਂ। ਬਿਲਕੁਲ। ਉਹਨਾਂ ਮੂਮੈਂਟਸ ਦੇ ਵਿੱਚ ਚਲੇ ਜਾਂਦੇ ਹੋ ਤੁਸੀਂ। ਯੈਸ, ਉਹ ਜਿਹੜੀਆਂ ਮੂਮੈਂਟ ਤੁਹਾਨੂੰ ਯਾਦ ਵੀ ਰਹਿੰਦੀਆਂ ਨੇ। ਔਰ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਆਪਣੇ ਪੇਰੈਂਟਸ ਦੇ ਮੂਹਰੇ ਬਹਿ ਕੇ ਉਹ ਗੱਲਾਂ ਕਰਦੇ ਹੋ ਵੀ ਤੁਹਾਨੂੰ ਯਾਦ ਆ ਉਦੋਂ ਐਂ ਹੋਇਆ ਸੀ, ਤੁਹਾਨੂੰ ਪਤਾ ਅਸਲ ਦੇ ਵਿੱਚ ਗੱਲ ਕੀ ਹੋਈ ਸੀ। ਫਿਰ ਸਾਰੇ ਹੱਸਦੇ ਆ, ਹੈ ਨਾ, ਕਿਉਂਕਿ ਅਸੀਂ ਸ਼ੇਅਰ ਕਰਦੇ ਹਾਂ ਉਹਨੂੰ ਸ਼ੇਅਰ ਕਰਨਾ ਜਿਹੜਾ ਆ ਉਹ ਇੱਕ ਰੈਮਿਨਿਸਸ ਕਰਦੇ ਹੋ ਨਾ ਤੁਸੀਂ, ਆਪਣੀਆਂ ਮੈਮਰੀਜ਼ ਨੂੰ ਮੂਹਰੇ ਲੈ ਕੇ ਆਉਂਦੇ ਹੋ। ਉਹ ਮੈਮਰੀਜ਼ ਜਿਹੜੀਆਂ ਤੁਹਾਡੇ ਰਿਸ਼ਤੇ ਨੂੰ ਬਹੁਤ ਜ਼ਿਆਦਾ ਸਟਰੋਂਗ ਕਰਦੀਆਂ ਨੇ। ਉਹਦੇ ਵਿੱਚ ਕੀ ਤੁਸੀਂ ਲਰਨ ਕਰਦੇ ਹੋ? ਲਰਨ ਕਰਦੇ ਪਿਆਰ ਕਰਨਾ, ਟਰਸਟ ਕਰਨਾ, ਇੱਕ ਦੂਜੇ ਨੂੰ। ਯੂ ਫੀਲ ਸਿਕਿਉਰ। ਤੁਹਾਨੂੰ ਇਹ ਹੁੰਦਾ ਵੀ ਜੇ ਮੇਰਾ ਭਰਾ ਜਾਂ ਮੇਰੀ ਭੈਣ ਮੇਰੇ ਨੇੜੇ ਆ ਤਾਂ ਮੈਨੂੰ ਤਾਂ ਕਿਸੇ ਚੀਜ਼ ਦਾ ਫਿਕਰ ਹੀ ਨਹੀਂ ਹੈਗਾ, ਬਿਕੋਜ਼ ਦੇ ਆਰ ਦੇਅਰ ਫॉर ਯੂ। ਬਿਲਕੁਲ। ਕੁਝ ਗੱਲਾਂ ਇਹ ਹੁੰਦੀਆਂ ਕਿ ਅਸੀਂ ਦੇਖਦੇ ਹਾਂ ਕਿ ਸਭ ਤੋਂ ਵੱਡਾ ਕੌਣ ਹੈ ਘਰ ਦੇ ਵਿੱਚ, ਹੈ ਨਾ। ਇਹ ਦੇਖਿਆ ਜਾਂਦਾ ਕਿ ਜਿਹੜਾ ਵੱਡਾ ਸਿਬਲਿੰਗ ਹੈ ਉਹਦਾ ਰੋਲ ਹੋਰ ਤਰ੍ਹਾਂ ਦਾ ਹੈ, ਜਿਹੜਾ ਸਭ ਤੋਂ ਛੋਟਾ ਸਿਬਲਿੰਗ ਹੈ ਉਹਨੂੰ ਹੋਰ ਤਰੀਕੇ ਦੇ ਨਾਲ ਪਾਲਿਆ ਜਾਂਦਾ। ਈਵਨ ਆਪਾਂ ਕਈ ਲੋਕਾਂ ਕੋਲੋਂ ਇਹ ਗੱਲ ਸੁਣੀ ਹੈ ਕਿ ਮੇਰਾ ਜਿਹੜਾ ਵੱਡਾ ਭਰਾ ਹੈ ਉਹ ਬਾਪ ਵਰਗਾ ਹੈ, ਮੇਰੀ ਵੱਡੀ ਭੈਣ ਹੈ ਉਹ ਮਾਂ ਵਰਗੀ ਹੈ ਨਾ। ਇਹ ਗੱਲਾਂ ਆਪਾਂ ਅਕਸਰ ਸੁਣਦੇ ਹਾਂ। ਜਿਹੜਾ ਛੋਟਾ ਹੈ ਇਹ ਵੀ ਮਹਿਸੂਸ ਕੀਤਾ ਜਾਂਦਾ ਕਿ ਉਹਨੂੰ ਸਾਰੀ ਉਮਰ ਹੀ ਪਿਆਰ ਦੁਲਾਰ ਜਿਹੜਾ ਉਹ ਵੱਧ ਮਿਲਦਾ। ਬਟ ਇਸ ਦੇ ਬਾਵਜੂਦ ਇਹ ਗੱਲ ਮਹਿਸੂਸ ਕੀਤੀ ਜਾਂਦੀ ਹੈ ਕਿ ਜਿਹੜੀ ਰਿਲੇਸ਼ਨਸ਼ਿਪ ਆਪਾਂ ਇਹ ਬਹੁਤ
ਚੰਗੀਆਂ ਗੱਲਾਂ ਕੀਤੀਆਂ, ਪੋਜ਼ਿਟਿਵ ਗੱਲਾਂ ਕੀਤੀਆਂ, ਸਟਿਲ ਜੇ ਇਹ ਰਿਲੇਸ਼ਨਸ਼ਿਪ ਪੋਜ਼ਿਟਿਵ ਨਹੀਂ ਹੈ, ਹੁਣ ਇਹਦੇ ਵਿੱਚ ਕੰਟਰੀਬਿਊਸ਼ਨ ਕਿਹਦੀ ਹੈ, ਮਾਪਿਆਂ ਦੀ ਹੈ, ਮਾਹੌਲ ਦੀ ਹੈ, ਜਾਂ ਕੋਈ ਹੋਰ ਕਾਰਨ ਆ, ਇਹਦੀ ਆਪਾਂ ਹਾਲੇ ਤੱਕ ਡਿਸਕਸ਼ਨ ਨਹੀਂ ਕੀਤੀ। ਪਰ ਜੇ ਇਹ ਰਿਲੇਸ਼ਨਸ਼ਿਪ ਪੋਜ਼ਿਟਿਵ ਨਹੀਂ ਹੈ, ਕਮਿਊਨੀਕੇਸ਼ਨ ਚੰਗੀ ਨਹੀਂ ਹੈ ਸਿਬਲਿੰਗਸ ਦੇ ਵਿੱਚ, ਉਹਦਾ ਓਨਾ ਹੀ ਵੱਧ ਨੈਗੇਟਿਵ ਇੰਪੈਕਟ ਵੀ ਰੂਪੀ ਪਏਗਾ ਜਿੰਨਾ ਪੋਜ਼ਿਟਿਵ ਇੰਪੈਕਟ ਆਪਾਂ ਪੈਣ ਦੀ ਗੱਲ ਕਰ ਰਹੇ ਹਾਂ। ਸਾਰੀ ਫੈਮਿਲੀ ਤੇ ਪਊਗਾ, ਪੇਰੈਂਟਸ ਤੇ ਵੀ ਪੈਂਦਾ ਆ, ਪੇਰੈਂਟਸ ਤੇ ਤਾਂ ਬਹੁਤ ਜ਼ਿਆਦਾ ਪੈਂਦਾ ਆ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਵੀ ਜੇ ਕੱਲ ਨੂੰ ਸਾਡੀ ਡੈਥ ਹੋ ਗਈ ਇਹਨਾਂ ਨੇ ਕੀ ਕਰਨਾ ਆ, ਜੇ ਸਾਡੇ ਜਿਉਂਦਿਆਂ ਤੇ ਇਹ ਇਦਾਂ ਕਰ ਰਹੇ ਆ। ਸੋ ਸਮਥਿੰਗ ਵਾਸ ਮਿਸਿੰਗ ਇਨ ਦ ਸਟਾਰਟਿੰਗ। ਸੋ ਇਹ ਨਹੀਂ ਹੁੰਦਾ, ਕਿਉਂਕਿ ਪੇਰੈਂਟਿੰਗ ਵਾਸਤੇ ਸਾਡੇ ਕੋਲ ਕੋਈ ਸਕੂਲ ਕਾਲਜ ਨਹੀਂ ਹੈ। ਵੀ ਲਰਨ ਫਰੋਮ ਆਵਰ ਪੇਰੈਂਟਸ, ਦੈਨ ਵੀ ਲਰਨ ਫਰੋਮ ਅਰਾਊਂਡ। ਸਾਡੇ ਜਿਹੜੇ ਬਾਕੀ ਰਿਸ਼ਤੇ ਨੇ ਉਹਨਾਂ ਤੋਂ ਅਸੀਂ ਸਿੱਖਦੇ ਹਾਂ ਕਿਵੇਂ ਹੁੰਦਾ ਆ। ਫਿਰ ਥੋੜ੍ਹਾ ਜਿਹਾ ਅਸੀਂ ਪੜ੍ਹ ਜਾਂਦੇ ਹਾਂ, ਉਸ ਤੋਂ ਬਾਅਦ ਥੋੜ੍ਹੀਆਂ ਕਿਤਾਬਾਂ ਵਗੈਰਾ ਪੜ੍ਹ ਲੈਂਦੇ ਹਾਂ। ਹੁਣ ਤਾਂ ਬਹੁਤ ਜ਼ਿਆਦਾ ਅਵੇਅਰਨੈਸ ਆ ਰਹੀ ਆ ਪੇਰੈਂਟਿੰਗ ਦੇ ਵਿੱਚ। ਪਹਿਲਾਂ ਤਾਂ ਇੰਨੇ ਕੁ ਰਿਸੋਰਸਿਸ ਨਹੀਂ ਸੀ ਹੁੰਦੇ, ਐਂਡ ਚਾਈਲਡ ਇਜ਼ ਨਾਟ ਬੋਰਨ ਵਿਦ ਦ ਇੰਸਟਰਕਸ਼ਨਸ ਵਟ ਨੀਡਡ, ਰਾਈਟ। ਇਹ ਤਾਂ ਤੁਹਾਨੂੰ ਆਪ ਨੂੰ ਹੀ ਪਤਾ ਲੱਗਣਾ ਪੈਂਦਾ, ਇੱਕ ਮਾਂ ਨੂੰ ਹੀ ਦੇਖਣਾ ਪੈਂਦਾ ਵੀ ਬੱਚੇ ਨੂੰ ਕੀ ਚਾਹੀਦਾ। ਔਰ ਬਾਪ ਦਾ ਜਿਹੜਾ ਰੋਲ ਆ ਉਹ ਕਿਸੇ ਹੱਦ ਤੱਕ ਕਿਸੇ ਡਿਸਟੈਂਸ 'ਤੇ ਰੱਖਿਆ ਜਾਂਦਾ ਸੀ, ਬਟ ਨਾਓ ਡੇਜ਼ ਇਟਸ ਇਕੁਅਲੀ ਇੰਪੋਰਟੈਂਟ ਐਜ਼ ਮਦਰ। ਬਾਪ ਵੀ ਉਹਨਾਂ ਨੂੰ ਨਵਾ ਸਕਦਾ, ਬਾਪ ਵੀ ਉਹਨਾਂ ਨੂੰ ਖਵਾ ਸਕਦਾ, ਉਹਨਾਂ ਦੇ ਕੱਪੜੇ ਪਾ ਸਕਦਾ। ਦੇਰ ਆਰ ਸਿੰਗਲ ਪੇਰੈਂਟਸ ਜਿਨ੍ਹਾਂ ਦੇ ਵਿੱਚ ਸਿੰਗਲ ਫਾਦਰ ਨੇ, ਆਪਣੀ ਕਮਿਊਨਿਟੀ 'ਚ ਵੀ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਪਾਲਿਆ ਬਿਲਕੁਲ ਆਲ ਬਾਏ ਦੈਮਸੈਲਫ। ਸੋ ਪੇਰੈਂਟਿੰਗ ਜਿਹੜੀ ਆ, ਇਹ ਤਾਂ ਜਿਵੇਂ ਤੁਸੀਂ ਕਿਹਾ ਵੱਡਾ ਭਰਾ ਤੇ ਭੈਣ, ਦੇ ਜਸਟ ਆਟੋਮੈਟਿਕਲੀ ਟੇਕ ਦੈਟ ਰੋਲ, ਬਿਕੋਜ਼ ਦੇ ਥਿੰਕ ਜਿਹੜਾ ਸਭ ਤੋਂ ਛੋਟਾ ਸਿਬਲਿੰਗ ਹੁੰਦਾ ਉਹਨੂੰ ਇਹੀ ਸੋਚਿਆ ਜਾਂਦਾ ਇਹ ਤਾਂ ਮੇਰੇ ਬੱਚਿਆਂ ਵਰਗਾ ਹੀ ਆ। ਔਰ ਬਹੁਤ ਭੈਣ ਭਰਾ ਇੱਦਾਂ ਹੀ ਕਹਿੰਦੇ ਆ, ਉਹ ਤਾਂ ਸਾਡੇ ਬੱਚਿਆਂ ਵਰਗਾ ਆ, ਸਾਡਾ ਤਾਂ ਬਹੁਤ ਆਪਸ ਦੇ ਵਿੱਚ ਦਿਸ ਇਜ਼ ਲਾਈਕ ਨੋਰਮਲ ਟਾਕ। ਜਿਹੜੇ ਸਿਬਲਿੰਗ ਨੇ ਉਹ ਇੱਕ ਦੂਜੇ ਦਾ ਇੰਨਾ ਖਿਆਲ ਰੱਖਦੇ ਨੇ, ਔਰ ਇਹ ਬਹੁਤ ਪੋਜ਼ਿਟਿਵ ਚੀਜ਼ ਆ। ਦੂਜੀ ਗੱਲ ਇਹ ਨਹੀਂ ਹੈ ਕਿ ਇਹ ਇਕੱਲੇ ਆਪਣੇ ਕਲਚਰ ਦੀ ਗੱਲ ਨਹੀਂ, ਦੂਜੇ ਕਲਚਰਸ ਵੀ ਇੱਦਾਂ ਹੀ ਆ। ਬਿਲਕੁਲ, ਇਹ ਸਿਬਲਿੰਗ ਜਿਹੜਾ ਆ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ। ਐਗਜ਼ੈਕਟਲੀ, ਜਿਹੜੀ ਇਹ ਹੈਲਥੀ ਰਿਲੇਸ਼ਨਸ਼ਿਪ ਹੈ ਇਹਨਾਂ ਦੀ, ਇਹ ਆਈ ਥਿੰਕ ਸੋਰਸ ਆਫ ਸਪੋਰਟ ਹੋ ਸਕਦਾ, ਬਹੁਤ ਵਧੀਆ। ਪਰ ਜੇ ਇਹੀ ਰਿਲੇਸ਼ਨਸ਼ਿਪਸ ਕਿਸੇ ਤਰੀਕੇ ਦੇ ਨਾਲ ਟੌਕਸਿਕ ਹੈਗੀਆਂ, ਕੋਈ ਨੈਗੇਟਿਵ ਰਿਲੇਸ਼ਨਸ਼ਿਪ ਹੈ ਘਰ ਦੇ ਵਿੱਚ, ਮਾਹੌਲ ਇਸ ਹਿਸਾਬ ਦਾ ਨਹੀਂ ਹੈ ਕਿ ਬੱਚਿਆਂ ਦੀ ਆਪਸ 'ਚ ਬਣ ਰਹੀ ਹੈ। ਅਸੀਂ ਅੱਜ ਕੱਲ੍ਹ ਹੱਸਦੇ ਅਕਸਰ ਇਸ ਗੱਲ ਨੂੰ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਹਾਂ ਕਿ ਸਾਡੇ ਬੱਚੇ ਲੜਦੇ ਬਹੁਤ ਆ। ਬਸ ਇਹ ਗੱਲ ਅਸੀਂ ਕਹਿ ਦਿੰਦੇ ਹਾਂ, ਪਰ ਉਸ ਤੋਂ ਥੋੜ੍ਹਾ ਜਿਹਾ ਅੱਗੇ ਜੇ ਝਾਕਣ ਦੀ ਕੋਸ਼ਿਸ਼ ਕਰੀਏ, ਜੇ ਵਾਕਿਆ ਹੀ ਲੜਦੇ ਨੇ, ਜੇ ਤੁਸੀਂ ਉਹਨੂੰ ਸੀਰੀਅਸਲੀ ਕੰਸੀਡਰ ਕਰਦੇ ਹੋ ਕਿ ਲੜਦੇ ਨੇ, ਦੈਟ ਮੀਨਸ ਉਹਨਾਂ ਦੀ ਠੀਕ ਤਰ੍ਹਾਂ ਦੀ ਕਮਿਊਨੀਕੇਸ਼ਨ ਨਹੀਂ ਹੋ ਰਹੀ। ਸਾਨੂੰ ਇੰਟਰਵੀਨ ਕਰਨ ਦੀ ਲੋੜ ਹੈ, ਹੋਰ ਜ਼ਿਆਦਾ ਡੀਪਲੀ ਝਾਕਣ ਦੀ ਜ਼ਰੂਰਤ ਹੈ ਕਿ ਆਪਾਂ ਬੀਇੰਗ ਪੇਰੈਂਟਸ ਕੀ ਕਰ ਸਕਦੇ ਹਾਂ। ਜਿਵੇਂ ਰੂਪੀ ਨੇ ਸ਼ੁਰੂ 'ਚ ਇਹ ਗੱਲ ਕੀਤੀ ਕਿ ਗੱਲ ਅਲਟੀਮੇਟਲੀ ਮੁੜ ਕੇ ਆ ਕੇ ਪੇਰੈਂਟਸ 'ਤੇ ਹੀ ਟਿਕਣੀ ਹੈ, ਅਤੇ ਪੇਰੈਂਟਿੰਗ ਹੀ ਇਹ ਗੱਲ ਤੈਅ ਕਰੇਗੀ ਕਿ ਸਿਬਲਿੰਗਸ ਦਾ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਕਿਹੋ ਜਿਹਾ ਹੈ। ਯਕੀਨਨ ਤੌਰ 'ਤੇ ਜੇ ਟੌਕਸਿਕ ਰਿਲੇਸ਼ਨਸ਼ਿਪ ਹੈ ਤਾਂ ਉਹਦਾ ਨੈਗੇਟਿਵ ਇੰਪੈਕਟ ਵੀ ਬਹੁਤ ਬੁਰਾ ਪਏਗਾ। ਉਹ ਤਬਾਹਕੁਨ ਹੋ ਸਕਦਾ, ਮੈਂਟਲ ਸਟ੍ਰੈਸ ਹੋ ਸਕਦਾ। ਅਸੀਂ ਘਰਾਂ ਦੇ ਵਿੱਚ ਬੁਲਿੰਗ ਲਫ਼ਜ਼ ਜਿਹੜਾ ਉਹ ਵਰਤਦੇ ਨਹੀਂ ਹੈ, ਪਰ ਜੇ ਵੱਡਾ ਬੱਚਾ ਛੋਟੇ ਨੂੰ ਬੁਲੀ ਕਰ ਰਿਹਾ ਹੈ ਔਰ ਛੋਟੇ ਬੱਚੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਛੋਟੇ ਦੀ ਗੱਲ ਬਾਹਰ ਨਿਕਲ ਹੀ ਨਹੀਂ ਰਹੀ, ਅਤੇ ਦੈਟ ਕੈਨ ਬੀ ਵੈਰੀ ਵੈਰੀ ਡੇਂਜਰਸ। ਰੂਪੀ, ਮੈਂ ਇੱਕ ਕਿਤਾਬ ਦਾ ਇੱਥੇ ਜ਼ਿਕਰ ਕਰਨਾ ਚਾਹੁੰਦੀ ਹਾਂ। ਇਹ ਜੈਫ ਕਲੂਗਰ ਹੈਗੇ ਨੇ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਦ ਸਿਬਲਿੰਗ ਇਫੈਕਟ। ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਕਿ ਜਿਹੜੇ ਭੈਣ ਭਰਾਵਾਂ ਦੇ ਰਿਸ਼ਤੇ ਆ, ਭਰਾਵਾਂ ਦੇ ਜਾਂ ਭੈਣਾਂ ਦੇ, ਇੱਕ ਦੂਸਰੇ ਨੂੰ ਉਹ ਕਿਸ ਢੰਗ ਦੇ ਨਾਲ ਇੰਪੈਕਟ ਕਰਦੇ ਆ। ਨੈਚੁਰਲੀ ਉਹਨਾਂ ਨੇ ਬਹੁਤ ਸਾਰੀਆਂ ਐਗਜ਼ਾਮਪਲਸ ਇਸ ਕਿਤਾਬ ਦੇ ਵਿੱਚ ਦਿੱਤੀਆਂ ਕਿ ਜਦੋਂ ਵੱਡਾ ਭਰਾ ਹੈ ਜਾਂ ਸਭ ਤੋਂ ਜਿਹੜਾ ਛੋਟਾ ਭੈਣ ਭਰਾ ਹੈ, ਉਹਨਾਂ ਦਾ ਵੱਡੇ ਹੋਣ ਨਾਲ ਹੀ ਜਾਂ ਉਹਨਾਂ ਦੇ ਛੋਟੇ ਹੋਣ ਦੇ ਨਾਲ ਹੀ ਉਹਨਾਂ ਦੀ ਜਿਹੜੀ ਪਰਸਨੈਲਿਟੀ ਸ਼ੇਪ ਹੋਈ ਹੈ, ਉਸ ਚੀਜ਼ ਦਾ ਬਹੁਤ ਵੱਡਾ ਫਰਕ ਪਿਆ ਹੈਗਾ। ਅਤੇ ਦੂਸਰੀ ਚੀਜ਼ ਉਹਨਾਂ ਨੇ ਲਾਈਫ ਦੇ ਵਿੱਚੋਂ ਐਗਜ਼ਾਮਪਲਸ ਸ਼ੇਅਰ ਕੀਤੀਆਂ। ਦੂਜੀ ਚੀਜ਼ ਉਹਨਾਂ ਨੇ ਇਹ ਗੱਲ ਕਹੀ ਆ, ਕਹਿੰਦੇ ਕਿ 95% ਦੇ ਕਰੀਬ ਪੇਰੈਂਟਸ ਨੇ ਜਿਹੜੇ ਜਿਨ੍ਹਾਂ ਦਾ ਫੇਵਰਟ ਚਾਈਲਡ ਦੀ ਪ੍ਰੈਫਰੈਂਸ ਹੈਗੀ ਆ। ਇਹ ਬਹੁਤ ਵੱਡੇ ਫੈਕਟਰ ਦੀ ਉਹਨਾਂ ਨੇ ਗੱਲ ਕੀਤੀ ਆ। ਸੋ ਤੁਸੀਂ ਜਿੱਥੋਂ ਵੀ ਟੱਚ ਕਰਨਾ ਸ਼ੁਰੂ ਕਰ ਸਕਦੇ ਹੋ ਕਿ ਆਪਾਂ ਕਿਸੇ ਬੱਚੇ ਦੇ ਛੋਟੇ ਹੋਣ ਜਾਂ ਵੱਡੇ ਹੋਣ ਦੇ ਨਾਲ ਕੀ ਫ਼ਰਕ ਪੈਂਦਾ, ਉਹਦੀ ਪਰਸਨੈਲਿਟੀ ਦੇ, ਅਤੇ ਮਾਪਿਆਂ ਦਾ ਉਸ ਵੇਲੇ ਰੋਲ ਕੀ ਬਣਦਾ। ਕਿਉਂਕਿ ਦੇਖੋ, ਇਹ ਜਾਣ ਬੁੱਝ ਕੇ ਨਹੀਂ ਕੀਤਾ ਜਾਂਦਾ।
ਅਚਨਚੇਤ ਤੇ ਗੱਲਾਂ ਹੁੰਦੀਆਂ, ਸੁਭਾਵਕ ਪੇਰੈਂਟਸ ਗੱਲ ਕਰਦੇ ਆ। ਜਿਵੇਂ ਉਹ ਬੱਚਾ ਰੋ ਰਿਹਾ ਆ, ਉਹਦਾ ਵੱਡਾ ਭਰਾ ਜਾਂ ਵੱਡੀ ਭੈਣ ਆ, ਹੈ ਤਾਂ ਉਹ ਵੀ ਬੱਚਾ ਹੀ ਆ ਨਾ। ਮੇ ਬੀ ਨੋਰਮਲੀ ਜਿਹੜਾ ਫਰਕ ਹੁੰਦਾ ਆ ਆਮ ਲੋਕਾਂ ਦਾ ਸਾਲ ਦਾ ਜਾਂ 2 ਸਾਲ ਦਾ, ਬਟ ਸਾਲ ਜਾਂ 2 ਸਾਲ ਦੇ ਬੱਚਾ ਜਿਹੜਾ ਆ, he or she cannot understand ਵੀ ਆਹ ਜਿਹੜਾ ਛੋਟਾ ਮੇਰਾ sibling ਆ, they don't know brother sister, they know child, ਜਿਹੜਾ ਟੋਏ ਉਹਦੇ ਕੋਲ ਆ ਮੈਂ ਵੀ ਟੋਏ ਲੈਣਾ ਆ, they don't know giving, ਕਿਉਂਕਿ ਉਹਨਾਂ ਦੀ ਹਾਲੇ ਪਰਸਨੈਲਿਟੀ ਦੇ ਵਿੱਚ ਉਹ ਚੀਜ਼ ਆਈ ਨਹੀਂ ਹੁੰਦੀ। ਜਦੋਂ ਪੇਰੈਂਟਸ ਉਹਨਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ, ਤੂੰ ਵੱਡਾ ਭਰਾ ਆ, ਉਹ ਤੇਰਾ ਛੋਟਾ ਵੀਰ ਆ, ਤੂੰ ਉਹਨੂੰ ਦੇ ਦੇ। So you are asking a child to sacrifice something which is very important for that child. ਇਹ ਚੀਜ਼ਾਂ ਜਿਹੜੀਆਂ ਨੇ, ਇਹ ਨੋਰਮਲੀ ਸਾਈਕੋਲੋਜੀ ਜਿੰਨੀ ਦੇਰ ਤੱਕ ਤੁਸੀਂ ਪੜ੍ਹਦੇ ਨਹੀਂ ਉਨੀ ਦੇਰ ਤੱਕ ਤੁਹਾਨੂੰ ਨਹੀਂ ਇਹ ਗੱਲਾਂ ਪਤਾ ਲੱਗਣੀਆਂ, ਕਿਉਂਕਿ ਚਾਈਲਡ ਸਾਈਕੋਲੋਜੀ ਇਟਸ ਅ ਮੇਜਰ ਸਬਜੈਕਟ। ਜਦੋਂ ਤੁਸੀਂ ਇਹ ਦੇਖਦੇ ਹੋ ਵੀ ਇਡ ਤੇ ਈਗੋ ਕਿਵੇਂ ਛੋਟੇ ਬਚਪਨ ਤੋਂ ਉਹ ਤੁਹਾਡੇ ਨਾਲ ਚੱਲਦੀਆਂ ਨੇ, ਐਂਡ ਤੇ ਅਸੀਂ ਵੱਡੇ ਵੀ ਹੋ ਜਾਂਦੇ ਕਈ ਵਾਰੀ, ਵੀ ਆਰ ਦ ਚਾਈਲਡ ਇਨ ਦੇਅਰ, ਰਾਈਟ। ਤੁਸੀਂ ਆਪਣੇ ਸਪਾਊਸਸ ਦੇ ਵਿੱਚ ਦੇਖ ਸਕਦੇ ਹੋ, ਕਈ ਸਪਾਊਸਸ ਦੇ ਵਿੱਚ ਦੈਟ ਚਾਈਲਡ ਇਜ਼ ਦੇਅਰ, ਉਹਨਾਂ ਨੇ ਜੋ ਕਹਿਤਾ ਇਟਸ ਗੋਨਾ ਬੀ ਦੈਟ। ਉਹ ਤੁਹਾਡਾ ਫਾਦਰ ਵੀ ਹੋ ਸਕਦਾ ਆ, they never grow out of it. ਹਾਂ, ਬਹੁਤ ਵਾਰੀ ਆਪਾਂ ਇਹ ਸ਼ਿਕਾਇਤ ਦੇਖੀ ਆ ਫੈਮਿਲੀਜ਼ ਦੇ ਵਿੱਚ, ਆਦਤਾਂ ਕਿਉਂ ਕਰਦੇ ਹੋ, ਬੱਚਿਆਂ ਵਾਲੀਆਂ ਆਦਤਾਂ ਕਰਦੀਆਂ। ਕਈ ਔਰਤਾਂ ਇਸ ਚੀਜ਼ ਦੀ ਸ਼ਿਕਾਇਤ ਕਰਦੀਆਂ ਕਿ ਇਹ ਵੱਡੇ ਭਰਾ ਹੇਠਾਂ ਦੱਬਿਆ ਹੋਇਆ, ਇਹਦੀ ਆਪਣੀ ਪਰਸਨੈਲਿਟੀ ਜਿਹੜੀ ਆ ਇਹ ਨਿਕਲ ਹੀ ਨਹੀਂ ਸਕੀ। ਉਹ ਸਾਰੀ ਉਮਰ ਲੇਡੀਜ਼ ਇਸ ਚੀਜ਼ ਤੋਂ ਹੀ ਬੋਦਰਡ ਰਹਿੰਦੀਆਂ ਕਿ ਸਾਡੇ ਹਸਬੈਂਡ ਦੀ ਪਰਸਨੈਲਿਟੀ ਗਰੋ ਹੋ ਨਹੀਂ ਸਕੀ, ਡਿਵੈਲਪ ਨਹੀਂ ਹੋ ਸਕੀ, ਕਿਉਂਕਿ ਇਹ ਵੱਡੇ ਭੈਣ ਭਰਾਵਾਂ ਦੇ ਪ੍ਰਭਾਵ ਹੇਠਾਂ ਸੀ। ਕਿਉਂਕਿ ਪੇਰੈਂਟਸ ਹਮੇਸ਼ਾ ਆਪ ਦੀ ਰਿਸਪੌਂਸਿਬਿਲਿਟੀ ਲੈਣ ਤੋਂ ਬਿਨਾਂ, ਤੇਰਾ ਵੱਡਾ ਭਰਾ ਬੈਠਾ ਹੈ, ਜਾ ਕੇ ਉਹ ਤੋਂ ਪੁੱਛ ਲਾ, ਉਹਨੂੰ ਕਹਿ ਦੇ ਉਹ ਤੇਰੇ ਲਈ ਕਰ ਦੂਗਾ, ਤੇ ਤੋਂ ਨਹੀਂ ਇਹ ਹੋਣਾ ਹੈਗਾ, ਉਹਨੂੰ ਕਹਿ ਦੇ ਉਹ ਤੈਨੂੰ ਕਰ ਦੂਗਾ। ਉਹ ਫਿਰ ਉਹਨੂੰ ਆਵਾਜ਼ ਮਾਰਦੇ ਆ, ਇਹਦਾ ਆਹ ਕੰਮ ਕਰ ਦੇ, ਤੈਨੂੰ ਪਤਾ ਕਿਵੇਂ ਕਰਨਾ ਆ। ਸੋ ਯੂ ਆਰ ਨਾਟ ਮੇਕਿੰਗ ਐਨ ਐਫਰਟ ਟੂ ਟੀਚ ਦ ਚਾਈਲਡ, ਬਟ ਯੂ ਆਰ ਗਿਵਿੰਗ away that responsibility to somebody else to do it. ਫਿਰ ਜਦੋਂ ਦੀ ਉਹ ਪਰਸਨੈਲਿਟੀ ਜਿਉਂ ਉਹ ਗਰੋ ਹੁੰਦੇ ਨੇ, they want somebody else to do it for you, right? ਤੁਸੀਂ ਉਹਨਾਂ ਨੂੰ ਇੱਕ ਡਿਪੈਂਡੈਂਟ ਪਰਸਨੈਲਿਟੀ ਬਣਾ ਦਿੰਦੇ ਹੋ, ਰਾਈਟ। ਜਦੋਂ ਤੁਸੀਂ ਉਹ ਡਿਪੈਂਡੈਂਟ ਪਰਸਨੈਲਿਟੀ ਬਣਾਉਂਦੇ ਹੋ, ਉਹਦੇ ਵਿੱਚ ਫਿਰ ਜਿਹੜਾ ਰੋਲ ਆ ਉਹ ਕਿਹਦਾ ਆ, ਰਾਈਟ। ਸੋ ਇਹ ਗੱਲਾਂ ਜਿਹੜੀਆਂ ਨੇ ਇੰਨੀਆਂ ਇੰਪੋਰਟੈਂਟ ਨੇ, ਪਰ ਮੈਂ ਨਹੀਂ ਕਹਿੰਦੀ ਵੀ ਸਾਰੇ ਲੋਕਾਂ ਨੂੰ ਸਾਈਕੋਲੋਜੀ ਆਉਣੀ ਚਾਹੀਦੀ ਹੈ, ਬਟ ਥੀਸ ਆਰ ਦ ਕਾਮਨ ਸੈਂਸ ਅਵੇਅਰਨੈਸ ਆ ਜਿਹੜੀ, ਜਿੱਥੋਂ ਤੁਸੀਂ ਪੜ੍ਹ ਸਕਦੇ ਹੋ, ਜਿੱਥੋਂ ਤੁਸੀਂ ਸੁਣ ਸਕਦੇ ਹੋ। ਕਈ ਵਾਰੀ ਇਹ ਹੁੰਦਾ ਆ, ਅੱਜ ਆਪਣਾ ਪ੍ਰੋਗਰਾਮ ਆ, ਉਹਨੂੰ ਸੁਣ ਕੇ ਜੇ ਕਿਸੇ ਇੱਕ ਨੇ ਵੀ ਇਹ ਸੋਚ ਲਿਆ ਕਿ ਯਾ ਦੈਟ ਮੇਕਸ ਸੈਂਸ, ਵੀ ਡਿਡ ਸਮਥਿੰਗ ਟੂ ਕਰੈਕਟ ਦ ਫਿਊਚਰ। ਸੋ ਇਹ ਗੱਲਾਂ ਨੇ ਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਤੁਸੀਂ ਇੱਕ ਚਾਈਲਡ ਨੂੰ ਐਜ਼ ਅ ਫੁੱਲ ਪੈਕੇਜ ਫਰੋਮ ਗੋਡ ਟਰੀਟ ਕਰਨਾ ਚਾਹੀਦਾ। ਸਾਡੇ ਕੁਝ ਲਿਸਨਰਸ ਗੱਲ ਕਰਨਾ ਚਾਹੁੰਦੇ, ਆਪਾਂ ਸੁਣਦੇ ਹਾਂ। ਹਾਂਜੀ, ਅਮਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਬੜੀ ਮਿਹਰਬਾਨੀ। ਤੁਸੀਂ ਵਿਸ਼ਾ ਅਗੇਨ ਹਿਊਮਨ ਬਿਹੇਵੀਅਰ ਤੇ ਲਿਆਂਦੇ, ਬੜਾ ਅੱਛਾ, ਜਿਹੜਾ ਮੈਨੂੰ ਠੀਕ ਲੱਗਦਾ ਜੀ। ਲੋਕਾਂ ਨੂੰ ਇਹਦੇ ਬਾਰੇ ਕਲੈਰਿਟੀ ਵੀ ਹੁੰਦੀ ਹੈ। ਤੇ ਮੈਂ ਵੀ ਇੱਕ ਲਰਨਰ ਹੀ ਆਇਆ ਹਿਊਮਨ ਬਿਹੇਵੀਅਰ ਬਾਰੇ, ਤੇ ਮੈਂ ਇੱਕ ਹਿੰਟ ਜਿਹੜਾ ਐਕਸੈਪਸ਼ਨ ਵੀ ਕਵਰ ਕਰਨਾ ਹੁੰਦਾ, ਪਰ ਇਹ ਬੜੀ ਸੋਹਣੀ ਇਨਫੋਰਮੇਸ਼ਨ ਦੇ ਰਹੇ ਨੇ, ਜਿਹੜੀ ਵੀ ਕਿਸ ਤਰ੍ਹਾਂ ਸਿਬਲਿੰਗ ਦਾ ਰਿਲੇਸ਼ਨਸ਼ਿਪ ਜਿਹੜਾ ਨਾ ਇਹ ਬੜਾ ਜ਼ਰੂਰੀ ਹੈ। ਸਿੰਪਲ ਗੱਲ ਇਹ ਕਿ ਫੈਮਿਲੀ ਹਾਰਮੋਨੀ ਬੜੀ ਜ਼ਰੂਰੀ ਹੈ। ਫੈਮਿਲੀ ਕੋਲ ਪੇਰੈਂਟਸ ਹੋਏ, ਸਿਬਲਿੰਗ ਹੋਏ ਆਪਸ ਵਿੱਚ, ਤੇ ਤੁਹਾਡੇ ਚਿਲਡਰਨ ਹੋਏ। ਸੋ ਇਹਦਾ ਮਤਲਬ ਉਹ ਜਿਹੜੀ ਸਿਬਲਿੰਗ ਦੀ ਗੱਲ ਚੱਲ ਰਹੀ ਹੈ, ਇਹਦੇ 'ਚ ਇੱਕ ਐਕਸੈਪਸ਼ਨ ਜਿਹੜੀ ਆ ਉਹ ਮੈਂ ਟੱਚ ਕਰਦਿਆਂ, ਕਿਉਂਕਿ ਮੈਂ ਆਲਰੇਡੀ ਡੀਲ ਕੀਤਾ ਸੀ ਉਸ ਕੇਸ ਨਾਲ, ਕਿ ਕਿਸ ਤਰ੍ਹਾਂ ਸਿਬਲਿੰਗ, ਦੇਖੋ ਸਿਬਲਿੰਗ ਜਿਹੜੇ ਨਾ ਦੇ ਕੈਨ ਬੀ ਬੈਸਟ ਫਰੈਂਡ, ਸਪੈਸ਼ਲੀ ਮੈਂ ਗੱਲ ਕਰ ਰਿਹਾ ਗਰੋਨ ਅਪ ਜਦੋਂ ਹੋ ਜਾਂਦੇ ਆ, ਤੇ ਇਹ ਤੁਹਾਡੇ ਬੈਸਟ ਫਰੈਂਡ ਹੋ ਸਕਦੇ ਆ, ਕਿਉਂਕਿ ਤੁਸੀਂ ਮਾਂ ਪਿਓ ਨੇ ਪਾਲਿਆ ਤੇ ਇਕੱਠੇ ਰਹੇ ਆ ਤੁਸੀਂ ਕਾਫੀ ਸਮਾਂ। ਤੇ ਪੇਰੈਂਟਸ ਦਾ ਰੋਲ ਵਾਕਈ ਇਹ ਠੀਕ ਕਹਿ ਰਹੇ ਨੇ ਕਿ ਪੇਰੈਂਟਸ ਦਾ ਜਿਹੜਾ ਰੋਲ ਹੈ ਨਾ, ਉਹ ਸਿਬਲਿੰਗ ਦੀ ਅੰਡਰਸਟੈਂਡਿੰਗ ਵਿੱਚ ਬਹੁਤ ਹੈਲਪ ਕਰ ਸਕਦਾ। ਜੇ ਪੇਰੈਂਟਸ ਬਾਇਸਡ ਹੋ ਕੇ ਕਿਸੇ ਇੱਕ ਬੱਚੇ ਨੂੰ ਜ਼ਿਆਦਾ ਕਵਰ ਕਰਦੇ ਆ, ਤੇ ਫਿਰ ਸਿਬਲਿੰਗ ਰਾਈਵਲ ਹੋ ਜਾਂਦੇ ਆ ਕਈ ਵਾਰੀ। ਇਸ ਗੱਲ ਨੂੰ ਧਿਆਨ ਰੱਖਿਆ ਜਾਵੇ। ਤੇ ਦੂਸਰੀ ਜਿਹੜੀ ਗੱਲ ਐਕਸੈਪਸ਼ਨ ਇਹ ਹੈ
ਕਿ ਸਿਬਲਿੰਗ ਬੈਸਟ ਫਰੈਂਡ ਦਾ ਮਤਲਬ ਇਹ ਨਾ ਭੁੱਲੀਏ ਅਸੀਂ, ਜਿਹੜਾ ਮੇਰਾ ਖਿਆਲ ਅੱਗੋਂ ਤੁਸੀਂ ਕਵਰ ਕਰਨਾ ਹੀ ਸੀ ਸ਼ਾਇਦ, ਕਿ ਮੈਰਿਜ ਤੋਂ ਬਾਅਦ ਜਿਹੜੇ ਜੇ ਤੁਹਾਡੀ ਮੈਰਿਜ ਬੜੇ ਧਿਆਨ ਨਾਲ ਕਰੋ ਕਿ ਤੁਹਾਡੀ ਆਪਣੇ ਹਸਬੈਂਡ ਵਾਈਫ ਦੀ ਆਪਸੀ ਬੜੀ ਅੰਡਰਸਟੈਂਡਿੰਗ ਹੋਵੇ ਤੇ ਉਹਨਾਂ ਨੂੰ ਪ੍ਰਾਇੋਰਟੀ ਦਿਓ। ਮੈਂ ਦੱਸਦਾ ਕਿਉਂ। ਮੈਂ ਜਦੋਂ ਟੀਚ ਕਰਦਾ ਹੁੰਦਾ ਸੀ ਕਲਾਸ ਅਕਾਲੀ ਸਿੰਘ ਗੁਰਦੁਆਰੇ, ਮੇਰੇ ਕੋਲ ਇੱਕ ਕੇਸ ਆਇਆ ਸੀਗਾ, ਉਹ ਬੰਦੇ ਦਾ ਗਰੋਨ ਅਪ ਹੈ, ਬੜੀ ਅੱਛੀ ਜੌਬ ਕਰ ਰਿਹਾ, 35 ਸਾਲ ਦਾ ਹੋਣਾ ਤੇ ਮੈਨੂੰ ਕਹਿੰਦੇ ਮੇਰੀ ਵਾਈਫ ਨੇ ਮੈਨੂੰ ਡਿਵੋਰਸ ਕਰਨ ਦੀ ਥ੍ਰੈਟ ਦਿੱਤੀ ਹੋਈ ਹੈ 15-16 ਸਾਲ 18 ਸਾਲ ਦੀ ਮੈਰਿਜ ਤੋਂ ਬਾਅਦ, ਤੇ ਦੱਸੋ ਮੈਂ ਕੀ ਕਰਾਂ। ਤੇ ਮੈਂ ਕਿਹਾ ਵੀ ਮੈਂ ਤੇਰੀ ਵਾਈਫ ਨਾਲ ਗੱਲ ਕਰ ਲਾਂ। ਕਹਿੰਦੇ ਨੇ ਨਹੀਂ, ਉਹਨੂੰ ਮੈਂ ਉਹ ਗੱਲ ਨਹੀਂ ਕਰਨ ਦਿੰਦੀ, ਉਹਨੇ ਥ੍ਰੈਟ ਕੀਤਾ ਹੈ ਕਿ ਉਹਨੇ ਡਿਵੋਰਸ ਕਰ ਦੇਣਾ। ਕਿਉਂ? ਕਾਰਨ ਹੈ ਉਹ ਕਹਿੰਦਾ ਉਹਦੀ ਵਾਈਫ ਕਹਿੰਦੀ ਹੈ ਕਿ ਤੂੰ ਆਪਣੇ ਪੇਰੈਂਟਸ ਤੇ ਆਪਣੇ ਭੈਣਾਂ ਭਰਾਵਾਂ ਨਾਲ ਇੰਨਾ ਟਾਈਮ ਸਪੈਂਡ ਕਰਦਾ ਆ ਰਿਹਾ ਇੰਨੇ ਸਾਲਾਂ ਤੋਂ ਕਿ ਤੂੰ ਸਾਡੇ ਨਾਲ ਤੇ ਬੱਚਿਆਂ ਨਾਲ ਟਾਈਮ ਸਪੈਂਡ ਨਹੀਂ ਕਰਦਾ। 2 ਬੱਚੇ ਸੀ ਉਹਦੇ। ਤੇ ਮੈਂ ਕਿਹਾ ਉਹਨੂੰ ਕਾਉਂਸਲਿੰਗ ਵਾਸਤੇ ਭੇਜ ਦਿਓ। ਉਹ ਕਹਿੰਦਾ ਨਹੀਂ, ਉਹ ਕਹਿੰਦੀ ਮੈਂ ਬਹੁਤ ਵੇਟ ਕਰ ਲਈ, ਹੁਣ ਮੈਂ ਹੋਰ ਵੇਟ ਨਹੀਂ ਕਰਨੀ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਗੱਲ ਦਾ ਧਿਆਨ ਰੱਖੋ ਕਿ ਤੁਹਾਡੀ ਆਪਣੇ ਸਪਾਊਸ ਨਾਲ ਵੀ ਅੰਡਰਸਟੈਂਡਿੰਗ ਅੱਛੀ ਹੋਵੇ ਤੇ ਤੁਸੀਂ ਸੈਕੰਡ ਬੈਸਟ ਪ੍ਰਾਇੋਰਟੀ ਦਿਓ ਆਪਣੇ ਸਿਬਲਿੰਗ ਨੂੰ, ਪਰ ਪ੍ਰਾਇੋਰਟੀ ਜੇ ਸਿਬਲਿੰਗ ਨੂੰ ਦਿਓਗੇ ਤੇ ਤੁਹਾਡਾ ਆਪਸੀ ਝਗੜਾ ਨਾ ਪੈ ਜਾਵੇ। ਥੈਂਕ ਯੂ ਜੀ। ਸ਼ੁਕਰੀਆ ਅਮਰ ਸਿੰਘ ਜੀ ਕਾਲ ਕਰਨ ਦੇ ਲਈ। ਇਸ ਪਰਸਪੈਕਟਿਵ ਤੋਂ ਵੀ ਆਪਾਂ ਗਾਂਹ ਚੱਲ ਕੇ ਗੱਲ ਕਰਦੇ ਹਾਂ। ਕੁਝ ਕਾਲਰਸ ਲੈ ਲਈਏ ਹੋਰ। ਹਾਂਜੀ ਮਿਸਟਰ ਜੋ, ਜੀ ਆਇਆਂ ਨੂੰ। ਨਵਜੋਤ ਜੀ, ਤੁਹਾਨੂੰ ਤੇ ਰੂਪੀ ਜੀ ਤੇ ਸਾਰੇ ਵੀਰ ਆਪਣੇ ਬਹੁਤ ਬਹੁਤ ਪਿਆਰ। ਨਵਜੋਤ ਕੀ ਇੱਕ ਗੱਲ ਤਾਂ ਭਾਈ ਸਾਹਿਬ ਅਮਰਜੀਤ ਸਿੰਘ ਆਲਰੇਡੀ, ਅਮਰ ਸਿੰਘ ਜੀ ਹੁਣੀ ਆਲਰੇਡੀ ਕਵਰ ਕਰ ਗਏ। ਮੈਂ ਇੱਕ ਇਹ ਗੱਲ ਸ਼ੇਅਰ ਕਰਨਾ ਮੰਗਦਾ। ਆਮ ਸ਼ੋਰ ਯੂ ਗਾਇਜ਼ ਪ੍ਰੋਬਬਲੀ ਗੋਇੰਗ ਟੂ ਕਵਰ ਇਟ ਲੇਟਰ ਔਨ। ਆਪਾਂ ਮੇਰੀ ਵੀ ਆਬਜ਼ਰਵੇਸ਼ਨ ਹੈ ਦੇਖਣ ਵਿੱਚ ਆਇਆ ਕਿ ਆਪਾਂ ਥੋੜ੍ਹਾ ਜਿਹਾ ਬਾਇਸ ਜ਼ਿਆਦਾ ਕਰਕੇ ਇੱਕ ਬੱਚੇ ਨਾਲ, ਮਤਲਬ ਮੇਲ ਫੀਮੇਲ ਬੱਚੇ, ਜਿਹੜਾ ਬੱਚਾ ਮੇਲ ਹੁੰਦਾ ਉਹਦਾ ਜ਼ਿਆਦਾ ਕਰਦੇ ਹਾਂ। ਜਿੱਦਾਂ ਮਤਲਬ ਮੈਂ ਥੋੜ੍ਹਾ ਜਿਹਾ ਟੈਸਟ ਕਰਦਾ ਰਹਿੰਦਾ। ਜਿੱਦਾਂ ਅਸੀਂ ਵੈਲ ਬਣਾਉਣੀ ਸੀਗੀ ਜਿਹਦੇ ਵਿੱਚ ਵੈਰੀ ਸਟਰੋਂਗ ਮੈਸੇਜ ਕਮਿੰਗ ਅਪ ਵੈਲ ਬਣਾਉਣੀ ਸੀ। ਮੈਂ ਆਪਣੀ ਬੇਟੀ ਨੂੰ ਹੱਸਦੇ ਹੀ ਕਿਹਾ, ਜਿੱਦਾਂ ਮੈਂ ਕਿਹਾ ਤੂੰ ਇੰਨਾ ਮੇਰਾ ਕਰਦੀ ਆ, ਜਿੱਦਾਂ ਮੇਰਾ ਦਿਲ ਕਰਦਾ ਵੀ ਸਾਰਾ ਜਿੱਦਾਂ ਜਿਹੜਾ ਸਾਰੀ ਜਿਹੜੀ ਵੈਲ ਆ ਤੇਰੇ ਨਾਲ ਲਵਾ ਦੇਵਾਂ। ਕਹਿੰਦੀ ਡੈਡ ਪਲੀਜ਼ ਡੋਂਟ। ਕਹਿੰਦੀ ਜੇ ਤੇ ਲਵਾ ਵੀ ਦਿੱਤੀ ਨਾ ਇਟ ਵਿਲ ਐਂਡ ਅਪ 50-50 ਵਿਦਆਊਟ ਮਾਈ ਬ੍ਰਦਰ ਨੋਇੰਗ ਅਬਾਊਟ ਇਟ। ਮੈਂ ਕਿਹਾ ਵੀ ਕਾਹਤੋਂ? ਕਹਿੰਦੀ ਜੇ ਸਾਡਾ ਇੰਨਾ ਰਿਲੇਸ਼ਨਸ਼ਿਪ ਐਜ਼ ਯੂ ਨੋ ਵੀ ਆਰ ਰੀਅਲੀ ਟਾਈਟ, ਵੀ ਆਰ ਲਾਈਕ one brother sister like one। ਕਹਿੰਦੀ ਫਿਰ ਸਾਡੇ ਵਿੱਚ ਫਰਕ ਪੈ ਜਾਣਾ। When she does counseling to other people, she even noticed learned that a lot of families, ਪਹਿਲਾਂ ਉਹਨਾਂ ਦਾ ਰਿਲੇਸ਼ਨਸ਼ਿਪ ਠੀਕ ਹੁੰਦੇ, ਜਦੋਂ ਪੇਰੈਂਟਸ ਜਿੱਦਾਂ ਇੱਕ ਦਾ ਜਿੱਦਾਂ ਨਾ ਸਾਈਡ ਲੈ ਕੇ ਉਹਦੇ ਨਾਲ ਆ ਜਾਂਦੇ ਸਭ ਕੁਛ, ਉਹ ਬਾਅਦ ਵਿੱਚ ਉਹਨਾਂ ਦਾ ਰਿਲੇਸ਼ਨਸ਼ਿਪ, ਉਹ ਦੂਸਰਾ ਭਰਾ ਭੈਣ ਇੱਕ ਦੂਜੇ ਨਾਲ ਜਾਂ ਭਰਾ ਨਾਲ ਬੋਲਣਾ ਹੀ ਨਹੀਂ ਮੰਗਦੇ ਜੀ। ਤੋ ਮੇਰਾ ਮਤਲਬ ਇਹ ਬ੍ਰਿੰਗ ਇਟ ਅਪ ਇਹ ਕਰਦਾ ਸੀਗਾ ਕਿ ਜੇ ਤੁਸੀਂ ਵੈਲ ਬਣਾ ਰਹੇ ਆ, ਜਿੱਦਾਂ ਕਿ ਜੇ ਉਹਨਾਂ ਦੇ ਰਿਲੇਸ਼ਨਸ਼ਿਪ ਹੁਣ ਠੀਕ ਆ ਫਿਰ ਉਹ ਬਿਲਕੁਲ ਹੀ ਉਹਦੇ ਵਿੱਚ ਕਾਫੀ ਮਤਲਬ ਟਕਰਾਅ ਜਤੇੜ ਆ ਸਕਦੀ ਹੈ। ਜਿੱਦਾਂ ਦੈਟਸ ਆਲ ਆਮ ਗੋਇੰਗ ਟੂ ਸੇ। ਥੈਂਕ ਯੂ ਨਿਵਜੋਤ। ਬਹੁਤ ਬਹੁਤ ਸ਼ੁਕਰੀਆ ਮਿਸਟਰ ਜੋ ਗੱਲ ਕਰਨ ਦੀ। ਗੱਲ ਫਿਰ ਉੱਥੇ ਆ ਗਈ ਕਿ ਪੇਰੈਂਟਸ ਦਾ ਰੋਲ ਕਿਹੋ ਜਿਹਾ ਰਿਹਾ। ਅਗਲੇ ਲਿਸਨਰ ਨੇ ਨਿਰਮਲ ਜੀ। ਨਵਜੋਤ, ਜਿੱਦਾਂ ਮੇਰੇ ਆਪਣੀ ਲਾਈਫ ਦੇ ਵਿੱਚ ਆਇਆ ਵੀ ਜਿਹੜੇ ਬਾਹਰਲੇ ਹੈਗੇ ਆ ਨਾ, ਉਹਨਾਂ ਨੂੰ ਵੀ ਜਿੱਦਾਂ ਜਦੋਂ ਗੱਲ ਕਰਦੇ ਆ ਉਹਨਾਂ ਨੂੰ ਵੀ ਸੋਚ ਕੇ ਗੱਲ ਕਰਨੀ ਚਾਹੀਦੀ ਆ। ਅਸੀਂ ਸਾਡੀ ਮਾਂ ਹੈ ਨਹੀਂ ਸੀਗੀ, ਮੈਨੂੰ ਨਹੀਂ ਚੇਤਾ ਮੇਰੀ ਮਾਂ ਦਾ। ਮੈਂ ਜਿੱਦਾਂ ਪਤਾ ਨਹੀਂ ਕਿੱਡੀ ਮੈਂ ਤੁਰੀ ਫਿਰਦੀ ਸੀ। ਮੇਰਾ ਛੋਟਾ ਭਰਾ ਜਿੱਦਾਂ ਉਹ ਸਾਰਾ 3.5 ਸਾਲ ਮੇਰੇ ਤੋਂ ਵੱਡਾ ਆ। ਤੇ ਅਸੀਂ ਮੁੰਡਿਆਂ ਦੇ ਸਕੂਲ ਦੇ ਜਿਹੜੀਆਂ ਨਲਕੇ ਦੇ ਨਾਲ ਕਿਆਰੀਆਂ ਬਣਾ ਕੇ ਨਾ ਉਹਨਾਂ ਨੂੰ ਜਿੱਦਾਂ ਭਰਦੇ ਸੀਗੇ ਨਲਕੇ ਦੇ ਨਾਲ। ਉਹ ਜਿੱਦਾਂ ਨਾਲ ਦੀ ਡੰਡੀ ਜਿਹੀ ਪਾਈ ਉਹ ਸੀ, ਉੱਥੋਂ ਦੀ ਜਨਾਨੀਆਂ 3-4 ਤੁਰੀਆਂ ਜਾਣ। ਉਹ ਮੇਰਾ ਭਰਾ ਮੈਨੂੰ ਕੁਛ ਕਹਿੰਦਾ ਹੋਊਗਾ ਵੀ ਕਿਆਰੀ ਏਦਾਂ ਨਾ ਬਣਾ ਜਾਂ ਏਦਾਂ ਬਣਾ, ਮੈਨੂੰ ਚੇਤਾ ਨਹੀਂ ਹੈਗਾ। ਇੰਨਾ ਜ਼ਰੂਰ ਯਾਦ ਵਾ ਉਹ ਕਹਿੰਦੀਆਂ ਖੜੀਆਂ ਹੋ ਕੇ, ਕਹਿੰਦੀਆਂ ਇਹ ਤੇਰੀ ਛੋਟੀ ਭੈਣ ਵਾ, ਇਹਦੀ ਮਾਂ ਹੈ ਨਹੀਂ, ਇਹਨੂੰ ਨਾਲ ਖਿਲਾ। ਉਸ ਵੇਲੇ ਤਾਂ ਮੇਰੇ ਦਿਮਾਗ 'ਚ ਨਹੀਂ ਆਈ, ਪਰ ਜਦੋਂ ਵੱਡੀ ਹੋ ਗਈ ਨਾ ਵੀ ਮਾਂ ਤਾਂ ਉਹਦੀ ਵੀ ਹੈ ਨਹੀਂ ਸੀਗੀ, ਉਹ ਵੀ ਛੋਟਾ ਜਿਹਾ ਸੀਗਾ। ਐਗਜ਼ੈਕਟਲੀ। ਉਹਨੂੰ ਜ਼ਿਆਦਾ ਦੁੱਖ ਮੇਰੀ ਮਾਂ ਦਾ ਸੀਗਾ ਕਿਉਂਕਿ ਉਹ 4 ਸਾਲ ਦਾ ਸੀ। ਉਹਨੂੰ ਭੇਜਤਾ ਤੁਸੀਂ ਟਿੱਬਿਆਂ ਨਾਲ, ਟਿੱਬੇ ਜਿਹੇ ਸੀਗੇ ਛੇਲੀ ਫੜਾ ਕੇ ਵੀ ਆਪਣੀ ਮਾਂ ਨੂੰ ਦੇਖੂ ਨਾ ਜਾਂਦੀ ਨੂੰ ਘਰੋਂ। ਪਰ ਉਹਨੇ ਜਦੋਂ ਧੂੰਆਂ ਨਿਕਲਿਆ ਸੇਵੀਆਂ ਵਿੱਚੋਂ ਉਹਨੇ ਦੇਖ ਲਿਆ। ਉਹ ਸਾਰੀ ਉਮਰ ਉਹਨੇ ਦਿਲ 'ਚ ਰੱਖੀ। ਇੱਕ ਵਾਰੀ ਸ਼ਰਾਬ ਪੀਤੀ ਸੀ ਮੈਂ ਜਦੋਂ ਇੱਥੇ ਆਈ ਹੋ ਸੀਗੀ, ਉਦੋਂ ਉਹ ਗੱਲ ਕੀਤੀ ਮਾਂ ਦੀ।
ਮੈਨੂੰ ਉਹਨਾਂ ਦੁੱਖ ਨਹੀਂ ਸੀ ਮਾਂ ਦਾ, ਨਾ ਮੈਨੂੰ ਹੁਣ ਹੈਗਾ, ਪਰ ਜਿੰਨਾ ਮੇਰੇ ਭਰਾ ਨੂੰ ਮਾਂ ਦਾ ਦੁੱਖ ਸੀਗਾ, ਜਾਂ ਮੇਰੀ ਭੈਣ ਮੇਰੇ ਭਰਾ ਤੋਂ ਵੱਡੀ ਗਈ ਸੀ ਉਹਨੂੰ ਸੀਗਾ। ਤੁਹਾਡੀ ਗੱਲ ਸਹੀ ਆ ਬਿਲਕੁਲ। ਕਈ ਵਾਰ ਜਿਹੜੇ ਲੋਕ ਫੈਮਿਲੀ ਤੋਂ ਬਾਹਰ ਦੇ ਆ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ। ਨਿਰਮਲ, ਆਪਣਾ ਤੁਸੀਂ ਤਜਰਬਾ ਸਾਂਝਾ ਕੀਤਾ, ਥੈਂਕ ਯੂ ਸੋ ਮਚ। ਥੈਂਕ ਯੂ। ਕੀ ਕਹੋਗੇ ਰੂਪੀ? ਮੈਂ ਬਿਲਕੁਲ ਇਹ ਕਹਿਣਾ ਚਾਹੁੰਦੀ ਹਾਂ ਕਿ ਜਾਣੇ ਅਣਜਾਣੇ ਦੇ ਵਿੱਚ ਅਸੀਂ ਕੰਪੈਰੀਜ਼ਨ ਕਰਦੇ ਹਾਂ, ਜਾਣੇ ਅਣਜਾਣੇ ਦੇ ਵਿੱਚ ਅਸੀਂ ਉਹ ਚੀਜ਼ਾਂ ਕਹਿ ਜਾਂਦੇ ਹਾਂ ਜਿਹੜੀਆਂ ਤੁਹਾਨੂੰ ਨਹੀਂ ਪਤਾ ਕਿੰਨੀਆਂ ਕਿਸੇ ਨੂੰ ਹਰਟ ਕਰਨਗੀਆਂ। ਰਾਈਟ। ਨਿਰਮਲ ਜੀ ਨੇ ਜੋ ਕੁਛ ਵੀ ਕਿਹਾ ਆ, there is a pain there in the voice. Not knowing the mother, there is a different pain. Then losing the mother, there is a different pain. ਬਿਲਕੁਲ। pain ਦੀਆਂ ਵੀ ਸਟੇਜਸ ਹੁੰਦੀਆਂ ਆ। ਸੋ ਜਿਹੜੇ ਉਹ ਬੀਜੀ ਨੇ ਗੱਲ ਕੀਤੀ ਸੀਗੀ ਵੀ ਉਹਨਾਂ ਦੀ ਡਾਟਰ ਕਹਿੰਦੀ ਹੈ ਵੀ ਤੁਸੀਂ ਇੱਦਾਂ ਨਹੀਂ ਕਰਨਾ। ਆਈ ਨੋ ਦ ਫੈਮਲੀਜ਼ ਜਿਹਦੇ ਵਿੱਚ ਬੱਚੇ ਇੰਨੇ ਕਲੋਜ਼ ਨੇ ਸਿਬਲਿੰਗ, ਉਹ ਕਹਿ ਦਿੰਦੇ ਆ ਵੀ ਜੇ ਮੇਰੇ ਕੋਲ ਹੋਊਗੀ ਕੋਈ ਚੀਜ਼, ਡੋਂਟ ਥਿੰਕ I'm not going to give it to my sister, or sister will say I'm not going to give it to my brother. We always share. We always share. ਇਹ ਜਿਹੇ ਵੀ ਬੱਚੇ ਹੈਗੇ ਆ, ਇਹ ਜਿਹੇ ਵੀ ਸਿਬਲਿੰਗ ਹੈਗੇ ਆ, ਤਾਂ ਉਹ ਮਾਂ ਬਾਪ ਜਿਹੜੇ ਹੈਗੇ ਆ they can die in peace. ਕਿ ਉਸ ਸਭ ਤੋਂ ਬਾਅਦ ਇਹਨਾਂ ਦੇ ਕੋਲ ਜੇ ਕੁਛ ਵੀ ਨਹੀਂ ਹੈਗਾ, they have each other. ਜਿਹੜਾ ਮਟੀਰੀਅਲ ਆ, that can be earned. Money can be earned. You can make big castles to live in. ਪਰ ਜੇ ਸਿਬਲਿੰਗ ਤਾਂ ਨਹੀਂ ਨਾ ਤੁਸੀਂ ਦੁਬਾਰਾ ਬਣਾ ਸਕਦੇ, ਨਾ ਸਿਬਲਿੰਗ ਨੂੰ ਤੁਸੀਂ ਖਰੀਦ ਸਕਦੇ ਹੋ, ਇਹਨਾਂ ਦੀ ਕੋਈ ਰਿਪਲੇਸਮੈਂਟ ਨਹੀਂ ਹੈ। it's the sibling only can be given to you by the union of your parents. ਜਦੋਂ ਤੁਹਾਡੇ ਪੇਰੈਂਟਸ ਚਲੇ ਗਏ, ਤੁਹਾਡੇ ਕੋਲ ਤਾਂ ਉਹ ਆਪਸ਼ਨ ਹੈ ਹੀ ਨਹੀਂ ਗੀ। ਤੁਹਾਡੇ ਕੋਲ ਉਹ ਆਪਸ਼ਨ ਉਦੋਂ ਸੀ ਜਦੋਂ ਗੋਡ ਨੇ ਤੁਹਾਨੂੰ ਉਹ ਬਲੈਸ ਕੀਤਾ, ਤਾਂ ਤੁਹਾਡੇ ਕੋਲ ਤੁਹਾਡੇ ਸਿਬਲਿੰਗ ਹੈਗੇ ਆ। ਪਰ ਕੀ ਮਟੀਰੀਅਲ ਜਿਹੜੇ ਆ ਉਹ ਇੰਨੇ ਇੰਪੋਰਟੈਂਟ ਹੁੰਦੇ ਆ ਕਿ ਦੇ ਟੇਕ ਓਵਰ ਆਫ your emotions, your connections, your security, your stability. With one sibling, look what can you have. You can hug each other. That takes away so much pain. That give you so much emotional support without having any credit from you. It's just given, it's natural. ਬਿਲਕੁਲ। ਜਿੱਥੇ ਸਿਬਲਿੰਗਸ ਦੀ ਗੱਲ ਕਰ ਰਹੇ ਹਾਂ, ਬਹੁਤ ਵਾਰੀ ਐਕਸਪੀਰੀਅੰਸ ਤੁਹਾਡਾ ਵੀ ਹੋਇਆ ਹੋਏਗਾ ਕਿ ਸਾਡੇ ਸੁਣਨ ਵਾਲੇ ਜਦੋਂ ਇਸ ਚੀਜ਼ ਨੂੰ ਅੱਜ ਇਹ ਗੱਲਾਂ ਬਾਤਾਂ ਸੁਣ ਰਹੇ ਆ, ਕਈ ਵਾਰ ਕਿਸੇ ਦਾ ਸਿੰਗਲ ਚਾਈਲਡ ਹੁੰਦਾ, ਤੁਸੀਂ ਉਸ ਬੱਚੇ ਨੂੰ ਪੁੱਛ ਕੇ ਕਈ ਵਾਰ ਦੇਖਦੇ ਹੋ, ਉਹਦੇ ਮਨ ਦੇ ਵਿੱਚ ਬਹੁਤ ਹੁੰਦਾ ਕਿ ਵੀ ਮੈਂ ਵੀ ਚਾਹੁੰਦਾ ਸੀ ਜਾਂ ਮੈਂ ਵੀ ਚਾਹੁੰਦੀ ਸੀ ਕਿ ਮੇਰਾ ਕੋਈ ਹੋਰ ਭੈਣ ਭਰਾ ਜ਼ਰੂਰ ਹੁੰਦਾ। ਕਈ ਜਿਹਦੀ ਕੋਈ ਸਿਸਟਰ ਨਹੀਂ ਹੈ, ਉਹਦੇ ਮਨ ਦੇ ਵਿੱਚ ਇਹ ਚੀਜ਼ ਹੁੰਦੀ ਕਿ ਵੀ ਮੈਂ ਇਹ ਐਕਸਪੀਰੀਅੰਸ ਲੈਣਾ ਚਾਹੁੰਦਾ ਸੀ ਕਿ ਮੇਰੀ ਕੋਈ ਸਿਸਟਰ ਹੁੰਦੀ ਜਾਂ ਕੋਈ ਮੇਰਾ ਬ੍ਰਦਰ ਹੁੰਦਾ। ਖੈਰ, ਇਹ ਤਾਂ ਆਪਾਂ ਕੁਦਰਤੀ ਗੱਲਾਂ ਦੀ ਗੱਲ ਕਰਦੇ ਹਾਂ ਕਿ ਵੀ ਕਿਸੇ ਦਾ ਕੋਈ ਬ੍ਰਦਰ ਸਿਸਟਰ ਹੈ ਸੀ ਜਾਂ ਨਹੀਂ ਸੀ, ਜਾਂ ਆਪਾਂ ਮਿਸ ਕਰਦੇ ਹਾਂ। ਜੋ ਨਹੀਂ ਹੈ ਉਹਨੂੰ ਅਕਸਰ ਆਪਾਂ ਮਿਸ ਕਰਦੇ ਹਾਂ, ਪਰ ਜੋ ਹੈ ਉਹਨੂੰ ਕਿਸ ਢੰਗ ਦੇ ਨਾਲ ਹੋਰ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਇੰਜੋਏ ਕੀਤਾ ਜਾ ਸਕਦਾ, ਅੱਜ ਗੱਲ ਉਸ ਬਾਰੇ ਚੱਲ ਰਹੀ ਹੈ। ਤੁਹਾਡੇ ਸਿਬਲਿੰਗਸ ਹੋਣਗੇ, ਭੈਣਾਂ ਹੋਣਗੀਆਂ, ਭਰਾ ਹੋਣਗੇ, ਤੁਹਾਡਾ ਉਹਨਾਂ ਦੇ ਨਾਲ ਰਿਸ਼ਤਾ ਕਿਹੋ ਜਿਹਾ ਹੈ ਤੁਸੀਂ ਬਿਹਤਰ ਜਾਣਦੇ ਹੋ, ਪਰ ਇਹ ਵੀ ਤੁਸੀਂ ਬਿਹਤਰ ਜਾਣਦੇ ਹੋ ਕਿ ਰਿਸ਼ਤਾ ਤੁਸੀਂ ਕਿਹੋ ਜਿਹਾ ਚਾਹੁੰਦੇ ਸੀ। ਇਹ ਵੀ ਤੁਹਾਨੂੰ ਹੀ ਪਤਾ ਕਿ ਰਿਸ਼ਤਾ ਕਿੰਨਾ ਪਿਆਰਾ ਕਿਸੇ ਟਾਈਮ ਹੋਇਆ ਕਰਦਾ ਸੀ, ਜੇ ਉਹ ਅੱਜ ਨਹੀਂ ਹੈ। ਕਿੱਥੇ ਗਲਤੀ ਹੋ ਗਈ? ਜੇ ਅੱਜ ਮਾਪੇ ਸੁਣ ਰਹੇ ਨੇ, ਉਹ ਇਹ ਗੱਲ ਮਹਿਸੂਸ ਕਰਦੇ ਆ ਕਿ ਬਈ ਸਾਡੇ ਨਿਆਣਿਆਂ ਦਾ ਆਪਸ ਦੇ ਵਿੱਚ ਬੜਾ ਪਿਆਰ ਹੁੰਦਾ ਸੀ, ਪਰ ਹੁਣ ਆਪੋ ਆਪਣੇ ਘਰਾਂ ਦੇ ਵਿੱਚ ਉਹ ਮੂੰਹ ਮੋੜ ਕੇ ਬੈਠੇ ਆ। ਅੱਜ ਕੀ ਹੋ ਗਿਆ? ਸ਼ਾਇਦ ਰਿਵਿਊ ਕਰਨ ਦਾ ਮੌਕਾ ਹੈਗਾ, ਗਲਤੀ ਕਿੱਥੇ ਹੋਈ ਹੈ। ਪੋਸੀਬਲੀ ਗਲਤੀ ਜਿਹੜੀ ਸੁਧਾਰਨ ਦਾ ਉਹ ਕੋਈ ਫਿਕਸ ਟਾਈਮ ਨਹੀਂ ਹੁੰਦਾ, ਕਿਸੇ ਵੇਲੇ ਵੀ ਇੰਪਰੂਵ ਆਪਾਂ ਕਰ ਸਕਦੇ ਹਾਂ। ਚਾਹੇ ਸਾਡੀ ਭੈਣ ਭਰਾਵਾਂ ਦੇ ਦਰਮਿਆਨ ਦੀ ਕੋਈ ਉਹ ਅੰਡਰਸਟੈਂਡਿੰਗ ਹੈ, ਮਿਸਅੰਡਰਸਟੈਂਡਿੰਗ ਹੈ, ਜਾਂ ਮਾਪਿਆਂ ਦੀ ਗਲਤੀ ਹੈ, ਠੀਕ ਕੀਤੀ ਜਾ ਸਕਦੀ। ਮਾਪਿਆਂ ਦਾ ਕੀ ਰੋਲ ਹੈ ਤਾਂ ਕਿ ਜਿਹੜੀ ਸਿਬਲਿੰਗਸ ਦੀ ਆਪਸੀ ਸਾਂਝ ਹੈ, ਆਪਸੀ ਕਮਿਊਨੀਕੇਸ਼ਨ ਹੈ, ਆਪਸੀ ਰਿਲੇਸ਼ਨਸ਼ਿਪ ਹੈ, ਉਹ ਪੋਜ਼ੀਟਿਵ ਰਹੇ, ਉਹ ਇੱਕ ਦੂਸਰੇ ਦੇ ਨਾਲ ਸਪੋਰਟਿਵ ਹੋਣ, ਉਹ ਕੋਆਪਰੇਟਿਵ ਹੋਣ। ਸੋ ਰੂਪੀ, ਜਿਨ੍ਹਾਂ ਘਰਾਂ ਦੇ ਵਿੱਚ ਬੱਚੇ ਹੈਗੇ ਆ, ਇਰਰਿਸਪੈਕਟਿਵ ਆਫ ਫੈਕਟ ਵੀ ਕਿਹੜੀ ਉਮਰ ਦੇ ਆ, ਚਲੋ ਛੋਟੀ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਵੱਖਰੇ ਹਿਸਾਬ ਦੇ ਨਾਲ ਪਾਲਦੇ ਹਾਂ, ਜਦੋਂ ਵੱਡੇ ਹੋ ਜਾਂਦੇ ਆ ਉਦੋਂ ਥੋੜ੍ਹਾ ਸਾਡਾ ਨਜ਼ਰੀਆ ਵੱਖਰਾ ਹੋ ਜਾਂਦਾ,
ਪਰ ਇਹ ਹੈ ਕਿ ਫਾਊਂਡੇਸ਼ਨ ਤਾਂ ਉਦੋਂ ਹੀ ਬਣ ਜਾਂਦੀ ਹੈ ਜਦੋਂ ਬੱਚੇ ਛੋਟੇ ਹੈਗੇ ਆ। ਬਿਲਕੁਲ। ਮਾਪਿਆਂ ਨੂੰ ਜਿਸ ਵੇਲੇ ਹੁਣ ਘਰ ਦੇ ਵਿੱਚ ਇੱਕੋ ਜਿਹੇ 2-3 ਜਾਂ 2 ਤੋਂ ਵੱਧ ਬੱਚੇ ਪਲ ਰਹੇ ਹੈਗੇ ਆ, ਉਹਨਾਂ ਦਾ ਜਿਹੜਾ ਪਰਸਪੈਕਟਿਵ ਹੈ ਉਹ ਕੀ ਹੋਣਾ ਚਾਹੀਦਾ? ਦੇਖੋ, ਜਿਹੜੇ ਮਾਪਿਆਂ ਦਾ ਰੋਲ ਤਾਂ ਹਮੇਸ਼ਾ ਹੀ ਬਹੁਤ ਅਹਿਮ ਆ ਇਹਨਾਂ ਗੱਲਾਂ ਦੇ ਵਿੱਚ। ਜਦੋਂ ਤੁਹਾਡੇ ਕੋਲ ਇੱਕ ਤੋਂ ਵੱਧ ਬੱਚੇ ਆ, ਉਹਨਾਂ ਦੇ ਵਿੱਚ ਪਿਆਰ ਪਾਉਣ ਦੀ ਖਾਤਰ ਉਹਨਾਂ ਵਾਸਤੇ ਅਸੀਂ ਹਮੇਸ਼ਾ ਉਹਨਾਂ ਨੂੰ ਇਨਵੋਲਵ ਕਰਦੇ ਹਾਂ, ਬੱਚਿਆਂ ਨੂੰ ਇੱਕ ਦੂਜੇ ਦੇ ਵਿੱਚ। ਜਿਹੜੀ ਅਸੀਂ ਪਹਿਲੀ ਹੁੰਦੀ ਆ, ਅਸੀਂ ਰੋਲ ਇਹ ਦੱਸਦੇ ਹਾਂ ਵੀ ਤੂੰ ਇਹ ਤੇਰਾ ਛੋਟਾ ਭਰਾ ਆ ਜਾਂ ਤੇਰੀ ਛੋਟੀ ਭੈਣ ਆ, ਤੂੰ ਵੱਡਾ ਭਰਾ ਆ। ਇਹਦੇ ਵਿੱਚ ਵੀ ਜਦੋਂ ਤੁਸੀਂ ਇਹ ਮੈਸੇਜ ਦੇਣਾ ਤਾਂ ਮੈਸੇਜ ਦੇਖਣਾ ਤੁਸੀਂ ਕਿਹਨੂੰ ਦੇ ਰਹੇ ਹੋ। ਜੇ ਤੁਸੀਂ ਵੱਡੇ ਬੱਚੇ ਨੂੰ ਮੈਸੇਜ ਦੇ ਰਹੇ ਹੋ ਤਾਂ ਡੋਂਟ ਸੇ ਇਹ ਤੇਰਾ ਛੋਟਾ ਭਰਾ ਆ, ਅੱਛਾ, ਸੇ ਤੂੰ ਇਹਦਾ ਵੱਡਾ ਭਰਾ ਆ। ਸੋ ਤੁਸੀਂ ਜੋ ਵੀ ਕਹਿ ਰਹੇ ਹੋ ਸੇਮ ਮਤਲਬ ਸੇਮ ਆ, ਪਰ ਉਹਨੂੰ ਡਿਲੀਵਰ ਕਰਨਾ ਜਿਹਦੇ ਵਿੱਚ ਜਿਹੜਾ ਬੱਚਾ ਵੱਡਾ ਆ ਉਹਨੂੰ ਅਹਿਮੀਅਤ ਦੇਣ ਦੀ ਲੋੜ ਆ ਉਸ ਟਾਈਮ 'ਤੇ, ਕਿਉਂਕਿ ਜਿਹੜਾ ਛੋਟਾ ਆ ਉਹਨੂੰ ਤਾਂ ਪਤਾ ਹੀ ਨਹੀਂ ਤੁਸੀਂ ਕੀ ਬੋਲ ਰਹੇ ਹੋ। ਜਿਹੜਾ ਵੱਡਾ ਆ ਉਹਨੂੰ ਅੰਡਰਸਟੈਂਡ ਇਹ ਹੋਊਗਾ ਕਿ ਇਹ ਮੇਰਾ ਰੋਲ ਆ। ਸੈਂਸ ਆਫ ਰਿਸਪੌਂਸਿਬਿਲਿਟੀ ਨਾਲ ਤੁਸੀਂ ਦੇ ਰਹੇ ਹੋ ਤੇ ਕਨੈਕਸ਼ਨ ਐਜ਼ ਵੈਲ। ਜਿਹੜੀ ਰਿਸਪੌਂਸਿਬਿਲਿਟੀ ਆ ਉਹ ਤਾਂ ਇੱਕ ਪਾਸੇ ਇੱਕ ਕਨੈਕਸ਼ਨ, ਜਿਹੜਾ ਕਿ ਫੀਲਿੰਗ ਇੰਪੋਰਟੈਂਟ ਇਨ ਦੈਟ ਰੋਲ। ਆਈ ਐਮ ਦ ਬਿਗ ਬ੍ਰਦਰ, ਨਾਟ ਹੀ ਇਜ਼ ਮਾਈ ਯੰਗਰ ਬ੍ਰਦਰ। ਸੋ ਉਹਦੀ ਸੈਲਫ ਐਸਟੀਮ ਹੈ ਜਿਹੜੀ, ਉਹਨੂੰ ਵੀ ਤੁਸੀਂ ਅਪ ਕਰ ਰਹੇ ਹੋ ਨਾਲ। ਬਿਲਕੁਲ। ਇਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਉਸ ਰੋਲ ਨੂੰ ਤੁਸੀਂ ਨਰਚਰ ਕਰ ਰਹੇ ਹੋ। ਪਰ ਉਹ ਵੀ ਇਹ ਤਾਂ ਜਦੋਂ ਬਹੁਤ ਛੋਟੀ ਆ ਨਾ, ਉਸ ਏਜ ਦੀ ਗੱਲ ਕਰ, ਜਿਸ ਵੇਲੇ ਛੋਟੇ ਨੂੰ ਨਹੀਂ ਪਤਾ। ਹਾਂ, ਕਿਉਂਕਿ ਜਦ ਤੱਕ ਉਹਨੂੰ ਪਤਾ ਲੱਗਣਾ ਨਾ ਛੋਟੇ ਨੂੰ, ਉਦੋਂ ਤੱਕ ਇਹਦੀ ਸੈਲਫ ਐਸਟੀਮ ਤਾਂ ਬਣ ਚੁੱਕੀ ਆ। ਦੈਨ ਛੋਟਾ ਆ ਗਿਆ, ਯੂ ਆਰ ਦ ਯੰਗਰ ਬ੍ਰਦਰ, ਹੀ ਇਜ਼ ਯੋਰ ਓਲਡਰ ਬ੍ਰਦਰ। ਸੋ ਗੱਲ ਕਹਿਣੀ ਤਾਂ ਉਦਾਂ ਹੀ ਆ, ਪਰ ਉਹਨੂੰ ਜਿਹੜਾ ਤੁਸੀਂ ਵਰਡਿੰਗ ਦੇਣੀ ਆ ਉਹ ਥੋੜ੍ਹਾ ਜਿਹਾ ਉਹਦੇ 'ਤੇ ਵੇਟ ਆਪਾਂ ਵੱਡੇ 'ਤੇ ਲਾ ਦਈਏ ਤਾਂ ਉਹਦੇ ਨਾਲ ਉਹ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰਦਾ। ਜਦੋਂ ਤੁਸੀਂ ਉਹਨੂੰ ਕਹਤਾ ਇਹ ਤੇਰਾ ਛੋਟਾ ਭਰਾ ਆ, ਯੂ ਆਰ actually taking away something from that child, his self. ਉਹਦੀ ਸੈਲਫ ਬਹੁਤ ਇੰਪੋਰਟੈਂਟ ਆ ਉਸ ਟਾਈਮ 'ਤੇ, ਕਿਉਂਕਿ ਉਹ ਵੱਡਾ ਆ। ਦੂਸਰੀ ਗੱਲ, ਜਦੋਂ ਤੁਸੀਂ ਇਹ ਕਹਿਣਾ ਦੇਖ ਲੈ ਤੇਰਾ ਛੋਟਾ ਭਰਾ ਤਾਂ ਆਰਾਮ ਨਾਲ ਸੁੱਤਾ ਪਿਆ, ਤੂੰ ਹੀ ਆ ਮੈਨੂੰ ਤੰਗ ਕਰਦਾ, ਯੂ ਆਰ ਬ੍ਰਿੰਗਿੰਗ ਦ ਸੈਲਫ ਐਸਟੀਮ ਡਾਊਨ ਆਫ ਦੈਟ ਚਾਈਲਡ। ਇੱਕ ਤਾਂ ਇਹ ਗੱਲ ਹੋ ਗਈ। ਦੂਜੀ ਗੱਲ, ਉਹਨੂੰ ਇਹ ਹੋਣ ਲੱਗ ਜਾਣਾ ਹੈ ਵੀ ਇਹ ਮੇਰੇ ਤੋਂ ਵਧੀਆ ਆ, ਬਿਕੋਜ਼ ਮਾਈ ਮਮ ਐਕਚੁਅਲੀ ਥਿੰਕ ਹੀ ਇਜ਼ ਮੋਰ ਬੈਟਰ ਦੈਨ ਮੀ। So she's giving the preference to the other one. Yeah, ਵੀ ਉਹ ਕੁਆਇਟ ਆ, ਉਹ ਨਹੀਂ ਮੈਨੂੰ ਤੰਗ ਕਰਦਾ, ਤੂੰ ਮੈਨੂੰ ਤੰਗ ਕਰਦਾ, ਉਹ ਜ਼ਿਆਦਾ ਫੇਵਰੇਟ ਹੈ ਇਹਦੇ ਲਈ। That's it. So ਇਹ ਜਿਹੜੀਆਂ ਗੱਲਾਂ ਨੇ ਬਿਲਡਅਪ ਹੋਣੀਆਂ ਬਚਪਨ ਤੋਂ ਸ਼ੁਰੂ ਹੋ ਜਾਂਦੀਆਂ ਤੇ ਫਿਰ ਉਹ ਹੌਲੀ 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 ਵੱਡੇ ਹੋ ਗਏ। ਇਹ ਫਿਰ ਕਹਿਣਗੇ ਤੇਰੇ ਛੋਟੇ ਭਰਾ ਨੇ ਤਾਂ ਦੇਖ ਲਾ ਦੁੱਧ ਵੀ ਪੀ ਲਿਆ, ਤੂੰ ਰੋਟੀ ਹੀ ਨਹੀਂ ਖਾਂਦਾ। So these are the comparison we do in order to make him eat. ਪਰ ਐਟ ਦ ਸੇਮ ਟਾਈਮ ਅਸੀਂ ਉਹਦੇ ਵਿੱਚ ਕੀ ਪਾ ਰਹੇ ਹਾਂ ਬੱਚੇ ਦੇ ਅੰਦਰ, ਰਾਈਟ? ਇੱਕ ਰੋਟੀ ਖਵਾਉਣੀ, ਉਹਨੂੰ ਅਸੀਂ ਕੀ ਕੁਛ ਕਰਕੇ ਅਸੀਂ ਰੋਟੀ ਖਵਾਉਂਦੇ ਹਾਂ। ਮੈਂ ਇਹ ਚੀਜ਼ਾਂ ਬਹੁਤ ਲਰਨ ਕੀਤੀਆਂ ਨੇ ਕਿ ਖਾਣਾ ਖਵਾਉਣਾ ਜਿਹੜਾ ਬੱਚਾ ਆ, ਇਟਸ ਵੈਰੀ ਇੰਪੋਰਟੈਂਟ ਫॉर ਚਾਈਲਡ ਟੂ ਈਟ। ਪਰ ਜਦੋਂ ਸਾਡੇ ਜਿਹੜੇ ਤਰੀਕੇ ਨੇ ਨਾ, ਉਹ ਤਰੀਕੇ ਗਲਤ ਨੇ। ਅਸੀਂ ਫੋਰਸ ਨਹੀਂ ਕਰ ਸਕਦੇ ਬੱਚੇ ਨੂੰ। ਫਿਰ ਦੂਸਰੀ ਗੱਲ, ਜਦੋਂ ਤੁਹਾਡਾ ਇੱਕ ਘਰ ਆ, ਇੱਕ ਘਰ ਦੇ ਵਿੱਚ ਜੇ ਤੁਹਾਨੂੰ ਇੰਨਾ ਪਤਾ ਲੱਗ ਜਾਵੇ ਮੇਰਾ ਬੱਚਾ ਆਹ ਚੀਜ਼ ਨਹੀਂ ਖਾਂਦਾ ਜਾਂ ਆਹ ਨਹੀਂ ਖਾਂਦਾ, ਪਹਿਲੀ ਗੱਲ ਤਾਂ ਡੋਂਟ ਆਸਕ ਦੈਮ, ਪਹਿਲਾਂ ਤਾਂ ਉਹਨਾਂ ਨੂੰ ਦਿਓ ਜੋ ਕੁਛ ਤੁਸੀਂ ਖਾਂਦੇ ਹੋ, ਲੈਟ ਦੈਮ ਈਟ। ਹੁੰਦਾ ਕੀ ਆ, ਅਸੀਂ ਬਚਪਨ ਤੋਂ ਪਹਿਲਾਂ ਉਹਨਾਂ ਵਾਸਤੇ ਇਹਨਾਂ ਨੂੰ ਦਹੀਂ ਨਾਲ ਪਰੌਠਾ ਦੇ ਦਿੰਦੇ ਆ, ਫਿਰ ਉਹ ਦਹੀਂ ਨਾਲ ਪਰੌਠਾ 10ਵੀਂ ਕਲਾਸ ਤੱਕ ਹੀ ਖਾਂਦੇ ਆ, you know, because that's what you started with, because you think it was right for them. ਮੈਨੂੰ ਲੱਗਦਾ ਹੁਣ 10ਵੀਂ ਤੋਂ 5ਵੀਂ ਤੱਕ ਵਾਲਾ ਹੀ ਕੰਮ ਰਹਿ ਗਿਆ। ਮੈਂ ਗੱਲ ਕਰਦੀ ਹਾਂ ਵੀ ਹੁਣ ਤਾਂ ਬਾਹਰੋਂ ਇੰਨਾ ਕੁਛ ਤੁਸੀਂ ਆਰਡਰ ਕਰ ਸਕਦੇ ਹੋ, ਬਿਲਕੁਲ, so many things can happen, but the thing is ਜਦੋਂ ਤੁਸੀਂ ਉਹ ਜੜ ਲਾਉਂਦੇ ਹੋ ਉਦੋਂ ਤੁਸੀਂ ਇਹ ਅਵੇਅਰ ਨਹੀਂ ਹੁੰਦੇ, ਤੁਹਾਨੂੰ ਇਹ ਲੱਗਦਾ ਵੀ ਮੈਂ ਬੱਚੇ ਲਈ ਇਹ ਕਰ ਰਹੀ ਹਾਂ ਜੀ। ਆਈ ਥਿੰਕ ਜਿਹੜਾ ਹਿਊਮਨ ਨੇਚਰ ਆ, ਜਿਹੜੀ ਹਿਊਮਨ ਬੋਡੀ ਆ, ਜਿਵੇਂ ਵੀ ਅਸੀਂ ਪਲਦੇ ਹਾਂ, ਜਿਹੜਾ ਵੀ ਸਾਡਾ ਮਾਹੌਲ ਹੁੰਦਾ ਉਹਦੇ ਵਿੱਚ ਅਸੀਂ ਜਿਹੋ ਜਿਹਾ ਵੀ ਖਾਣਾ ਖਾਂਦੇ ਹਾਂ, ਦੇ ਬਿਕਮ ਯੂਜ਼ ਟੂ ਇਟ। ਪਰ ਤੁਹਾਨੂੰ ਲੱਗਦਾ ਤੁਹਾਨੂੰ ਕੁਛ ਸਮਥਿੰਗ ਇੰਪੋਰਟੈਂਟ ਕਰਨਾ ਚਾਹੀਦਾ ਛੋਟੇ ਬੱਚੇ ਲਈ, ਫਿਰ ਉਹ ਜਿਉਂ-ਜਿਉਂ ਵੱਡੇ ਹੁੰਦੇ ਆ, ਦੇ ਡੋਂਟ ਲਰਨ ਹਾਊ ਟੂ ਅਡੈਪਟ ਟੂ ਅਦਰ ਥਿੰਗਸ।
ਇਹ ਇੱਕ ਐਗਜ਼ਾਮਪਲ ਦੇ ਰਹੀ ਹਾਂ ਮੈਂ ਤੁਹਾਨੂੰ। ਇਸੇ ਤਰੀਕੇ ਦੇ ਨਾਲ ਜਿਉਂ-ਜਿਉਂ ਅਸੀਂ ਇਹ ਗੱਲਾਂ ਕਰਦੇ ਹਾਂ, ਉਹਨਾਂ ਗੱਲਾਂ ਦੇ ਨਾਲ ਜਿਹੜੇ ਡੈਮੇਜਿੰਗ ਪਾਰਟ ਨੇ, ਇਹ ਸਮਹਾਉ ਜਿਹੜਾ ਹਿਊਮਨ ਨੇਚਰ ਆ ਨਾ, ਨੈਗੇਟਿਵ ਪਾਰਟ ਨੂੰ ਉਹਨਾਂ ਨੇ 1 ਮਿੰਟ 'ਚ ਹੀ ਫੜ ਲੈਣਾ, ਪੋਜ਼ਿਟਿਵ ਨੂੰ ਹਾਲੇ ਘੱਟ ਤੁਹਾਨੂੰ ਕਿੰਨੀ ਵਾਰੀ ਰੀਇਨਫੋਰਸ ਕਰਨਾ ਪਊਗਾ। ਪਰ ਜਿਹੜਾ ਨੈਗੇਟਿਵ ਬਿਹੇਵੀਅਰ ਸਮਹਾਉ ਚੁੰਬਕ ਦੀ ਤਰ੍ਹਾਂ ਤੁਹਾਡੇ ਨਾਲ ਹੀ ਚਿੰਬੜ ਜਾਂਦਾ, ਚਾਹੇ ਉਹ ਇੱਕ ਵਾਰੀ ਹੋਈ ਤੁਹਾਨੂੰ ਤੁਸੀਂ ਕਿਹਾ ਹੋਵੇ ਜਾਂ ਤੁਸੀਂ ਫੇਸ ਕੀਤਾ ਹੋਵੇ, ਉਹ ਜਾਂਦਾ ਨਹੀਂਗਾ ਤੁਹਾਡੇ ਕੋਲੋਂ। ਪਤਾ ਨਹੀਂ ਇਹ ਨੇਚਰ ਕਿੱਦਾਂ ਦੀ ਆ, ਇੱਕ ਹਿਊਮਨ ਨੇਚਰ, ਕਿ ਪੋਜ਼ਿਟਿਵ ਨੂੰ ਦੇਰ ਲੱਗੂਗੀ, ਨੈਗੇਟਿਵ ਯੂ ਕੈਨ ਡੂ ਦ ਡੈਮੇਜ ਲਾਈਕ ਦਿਸ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਵੀ ਨੀਡ ਟੂ ਬੀ ਵੈਰੀ ਵੈਰੀ ਕੇਅਰਫੁਲ, ਵੀ ਕੰਪੇਅਰਿੰਗ ਨਹੀਂ ਕਰਨੀ ਇੱਕ ਦੂਜੇ ਦੀ। ਹੁਣ ਕੰਪੈਰੀਜ਼ਨ ਦੀ ਚਲੋ ਗੱਲ ਜਿਹੜੀ ਤੁਸੀਂ ਕੀਤੀ ਹੈ, ਦੂਸਰੇ ਪਾਸੇ ਡਿਸਕ੍ਰਿਮੀਨੇਸ਼ਨ ਦੀ ਗੱਲ ਆ ਜਾਂਦੀ ਆ। ਹੁਣ ਇੱਕ ਤਾਂ ਇਹ ਹੋ ਗਿਆ ਕਿ ਜੇ ਵੱਡਾ ਭਰਾ ਅਤੇ ਛੋਟਾ ਭਰਾ, ਵੱਡੀ ਭੈਣ ਅਤੇ ਛੋਟੀ ਭਰਾ, ਹੁਣ ਭੈਣਾਂ ਅਤੇ ਭਰਾਵਾਂ ਦਾ ਵੀ ਚੱਕਰ ਪੈਣਾ ਕਿ ਮੁੰਡਿਆਂ ਨਾਲ ਕਿਹੋ ਜਿਹਾ ਵਰਤਾਅ ਹੋ ਰਿਹਾ, ਛੋਟਿਆਂ ਜਾਂ ਕੁੜੀਆਂ ਦੇ ਨਾਲ ਕਿਹੋ ਜਿਹਾ ਵਰਤਾਅ ਹੋ ਰਿਹਾ, ਉਹ ਵੀ ਜਿਹੜੀ ਚੀਜ਼ ਆ ਇੱਕ ਵੱਡਾ ਅੜਿੱਕਾ ਬਣੂਗੀ। ਜਦੋਂ ਤੁਸੀਂ ਵੱਡੇ ਹੁੰਦੇ ਹੋ, ਬਹੁਤ ਵਾਰੀ ਇਹ ਕੁੜੀਆਂ ਉਲਾਂਭਾ ਦਿੰਦੀਆਂ ਨੇ ਕਿ ਸਾਨੂੰ ਬਰਾਬਰ ਦੀਆਂ ਓਪਰਚੁਨਿਟੀਜ਼ ਨਹੀਂ ਦਿੱਤੀਆਂ ਗਈਆਂ, ਮਾਪਿਆਂ ਨੇ ਸਾਡੇ ਨਾਲ ਡਿਸਕ੍ਰਿਮੀਨੇਟ ਕੀਤਾ। ਹੁਣ ਮਾਪਿਆਂ ਨੇ ਡਿਸਕ੍ਰਿਮੀਨੇਟ ਕੀਤਾ, ਇੱਕ ਚੀਜ਼ ਹੈ ਕਿ ਭਰਾ ਕਿੱਥੇ ਖੜਾ। ਬਹੁਤ ਵਾਰੀ ਇਹ ਹੁੰਦਾ ਕਿ ਕਹਿਣਾ ਉਹਦਾ ਇੱਕ ਐਸਟੈਬਲਿਸ਼ਡ ਨਾਮ ਹੈ, ਉਹ ਇੱਕ ਸਕਸੈਸਫੁਲ ਪਰਸਨ ਆ, ਪਰ ਕੁੜੀ ਨੂੰ ਮੌਕਾ ਨਹੀਂ ਦਿੱਤਾ ਗਿਆ। ਇਹ ਚੀਜ਼ ਜਾਂਦੀ ਹੀ ਨਹੀਂ ਮਨ ਦੇ ਵਿੱਚੋਂ। ਸੋ ਇਹ ਜੈਂਡਰ ਡਿਸਕ੍ਰਿਮੀਨੇਸ਼ਨ ਵੀ ਵਿੱਚ ਹੀ ਆ ਗਿਆ ਸਿਬਲਿੰਗ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ। ਬਿਲਕੁਲ ਆ ਗਿਆ, ਕਿਉਂਕਿ ਇਹ ਹੁੰਦਾ ਜਦੋਂ ਛੋਟੇ ਹੁੰਦੇ ਆ, ਜਦੋਂ ਨਿੱਕੇ ਹੁੰਦੇ ਆ, ਮੈਂ ਉਹਨਾਂ ਦੀ ਗੱਲ ਕਰਦੀ ਹਾਂ, ਕਿਸੇ ਬਰਥਡੇ ਪਾਰਟੀ 'ਤੇ ਜਾਣਾ, ਸਲੀਪ ਓਵਰ 'ਤੇ ਜਾਣਾ। ਜੇ ਤੁਸੀਂ ਆਪਣੀ ਕੁੜੀ ਨੂੰ ਨਹੀਂ ਭੇਜ ਸਕਦੇ ਫਰੈਂਡ ਦੇ ਘਰ ਸਲੀਪ ਓਵਰ, then why would you do for your child? ਫਿਰ ਦੂਸਰੀ ਗੱਲ ਇਹ ਆ, ਜੇ ਤੁਹਾਡੇ ਕਜ਼ਨ ਵਗੈਰਾ ਬਹੁਤ ਨੇ, ਹੁੰਦਾ ਕੀ ਆ ਕਿ ਅਸੀਂ ਇਹ ਸੋਚਦੇ ਹਾਂ ਵੀ ਇਹ ਸਲੀਪ ਓਵਰ ਇੱਥੇ ਇਕੱਠੇ ਕਰ ਲੈਣ। ਕਈ ਵਾਰੀ ਜਿਹੜੇ ਪੇਰੈਂਟਸ ਨੇ ਉਹ ਇੰਨੀ ਵੀ ਰਹਿ ਨਹੀਂ ਲੈਣਾ ਚਾਹੁੰਦੇ ਆਪਣੇ ਬੱਚਿਆਂ ਦੀ, would they wanted to go or they just not wanted to sleep there, because ਜ਼ਰੂਰੀ ਨਹੀਂ ਹੁੰਦਾ। ਜੇ ਤੁਹਾਡੀ ਚੋਇਸ ਤੇ ਕੰਫਰਟ ਇਹ ਆ ਕਿ ਮੇਰੇ ਭਰਾ ਦੇ ਜਾਂ ਮੇਰੀ ਭੈਣ ਦੇ ਜਿਹੜੇ ਜਵਾਕ ਨੇ ਉਹਨਾਂ ਦੇ ਕੋਲੇ ਚਲੇ ਜਾਣ, ਉੱਥੇ ਰਾਤ ਰਹਿ ਲੈਣ, ਮੈਨੂੰ ਕੋਈ ਪ੍ਰੋਬਲਮ ਨਹੀਂ ਗੀ। ਬੇਸਿਕਲੀ ਦੈਟਸ ਯੋਰ ਕੰਫਰਟ ਜ਼ੋਨ। ਪਰ ਹੋ ਸਕਦਾ ਤੁਹਾਡੇ ਜਿਹੜੇ ਬੱਚੇ ਆ ਉਹ ਨਾ ਲਾਈਕ ਕਰਨ ਉਹਨਾਂ ਦੇ ਨਾਲ ਨਾਈਟ ਸਪੈਂਡ ਕਰਨੀ, ਰਾਈਟ? ਬਟ ਡੂ ਵੀ ਆਸਕ ਦੈਟ? ਇਹ ਜਿਹੜੀਆਂ ਚੀਜ਼ਾਂ ਨੇ ਇੱਥੇ ਵੀ ਹੇਟ ਹੁੰਦੀ ਆ। ਫਿਰ ਇੱਕ ਬੱਚਾ ਜਿਹੜਾ ਆ ਉਹ ਜਾਣਾ ਪਸੰਦ ਕਰਦਾ ਉਹਨਾਂ ਦੇ ਕੋਲ, ਦੂਜਾ ਬੱਚਾ ਨਹੀਂ ਜਾਣਾ ਪਸੰਦ ਕਰਦਾ। ਫਿਰ ਮਾਪੇ ਕਹਿੰਦੇ ਆ ਤੇਰੀ ਭੈਣ ਤਾਂ ਉੱਥੇ ਨੂੰ ਭੱਜੀ ਜਾਂਦੀ ਆ, ਤੈਨੂੰ ਕੀ ਹੋਇਆ ਆ? ਐਂਡ ਦੈਨ ਯੂ ਫੋਰਸ ਦੈਟ ਚਾਈਲਡ ਅਗੇਨ। ਸੋ ਉਹਦੇ ਵਿੱਚ ਉਹਦੀ ਸੈਲਫ ਅਸਟੀਮ, ਕਿਉਂਕਿ ਇੰਡੀਵਿਜੂਅਲਿਟੀ ਆ ਇੱਕ ਇਨਸਾਨ ਦੀ। ਸੇਮ ਥਿੰਗ ਹਸਬੈਂਡ ਵਾਈਫ ਨਾਲ ਵੀ ਕਰ ਰਿਹਾ ਆ। ਉਹ ਇਹ ਕਰ ਰਿਹਾ, ਹਸਬੈਂਡ ਇਹ ਅਸੂਮ ਕਰਦਾ ਕਿ ਮੈਂ ਜੋ ਵੀ ਕੁਛ ਕਹਿ ਰਿਹਾ ਮੇਰੀ ਵਾਈਫ ਨੂੰ ਉਹ ਐਕਸੈਪਟ ਆ। ਡਿਡ ਵੀ ਐਵਰ ਆਸਕ, ਆਰ ਯੂ ਫੀਲਿੰਗ ਕੰਫਰਟੇਬਲ ਇਫ ਆਈ ਡੂ ਦਿਸ? ਬਟ ਦੈਟਸ ਲਾਈਕ ਇਹ ਤਾਂ ਆਰਮ ਲੈਂਥ ਤੋਂ ਵੀ ਗਾਹਾਂ ਪਰੇ ਨੇ ਇਹ ਚੀਜ਼ਾਂ। ਸਾਡੀ ਕਮਿਊਨੀਕੇਸ਼ਨ ਦਾ ਪਾਰਟੀ ਹੈ ਨਹੀਂ ਗਿਆ। ਪਰ ਇਹ ਰੂਪੀ, ਇਹ ਆਪਾਂ ਨੋਰਮਲ ਬਿਲਕੁਲ ਜੋ ਆਪਣੇ ਘਰਾਂ ਦੇ ਵਿੱਚ ਹਾਲਾਤ ਨੇ ਉਹਦੀ ਗੱਲ ਕਰ ਰਹੇ ਹਾਂ। ਰਾਈਟ। ਥੋੜ੍ਹਾ ਜਿਹਾ ਇੱਕ ਸਟੈਪ ਮੈਂ ਹੋਰ ਅੱਗੇ ਜਾਣਾ ਚਾਹੁੰਦੀ ਹਾਂ। ਆਪਾਂ ਜਿੱਥੇ ਸਿਬਲਿੰਗਸ 'ਤੇ ਫੋਕਸ ਕਰ ਰਹੇ ਹਾਂ, ਹੁਣ ਇੱਕ ਸਿਬਲਿੰਗ ਘਰ ਦੇ ਵਿੱਚ ਆ ਜਿਹਦੀ ਕੋਈ ਸਪੈਸ਼ਲ ਨੀਡ ਆ, ਰਾਈਟ, ਹੈ ਨਾ? ਬਿਲਕੁਲ। ਕੋਈ ਮੈਡੀਕਲ ਕੰਡੀਸ਼ਨ ਹੈਗੀ ਆ, ਕਿਸੇ ਤਰ੍ਹਾਂ ਦਾ ਕੋਈ ਡਿਸਆਰਡਰ ਹੈਗਾ ਆ, ਉਹਨੂੰ ਮਾਪੇ ਓਬਵੀਅਸਲੀ ਜ਼ਿਆਦਾ ਜਿਹੜਾ ਧਿਆਨ ਆ ਉਹ ਦੇ ਰਹੇ ਹੈਗੇ ਆ। ਬਹੁਤ ਵਾਰ ਜਿਹੜਾ ਇਸ ਚੀਜ਼ ਦਾ ਇੰਪੈਕਟ ਦੂਜੇ ਸਿਬਲਿੰਗ 'ਤੇ ਵੀ ਪੈਂਦਾ। ਬਿਲਕੁਲ। ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਮਾਂ-ਬਾਪ ਲਈ ਕੀ ਟਿਪਸ ਨੇ? ਪਹਿਲੀ ਗੱਲ ਤਾਂ ਇਹ ਆ ਕਿ ਸਾਡੀ ਹਿਊਮਨ ਨੇਚਰ ਇਹ ਆ, ਜਦੋਂ ਅਸੀਂ ਪੇਰੈਂਟ ਆ, ਜਿਹੜਾ ਬੱਚਾ ਸਿੱਕ ਹੁੰਦਾ ਵੀ ਵਾਂਟ ਟੂ ਡੂ ਰੀਲੀ ਮੋਰ ਟੂ ਮੇਕ ਦ ਕੰਫਰਟ, ਰਾਈਟ? ਕਈ ਵਾਰੀ ਉਹ ਜਿਹੜੇ ਬੱਚੇ ਹੁੰਦੇ ਆ ਉਹ ਵੀ ਇੰਨੇ ਫਰਸਟ੍ਰੇਟਡ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਵੀ they wanted to be alone, they wanted to be independent, ਪਰ ਅਸੀਂ ਇਹ ਸੋਚਦੇ ਹਾਂ ਵੀ ਇਹ ਤਾਂ ਇੰਡੀਪੈਂਡੈਂਟ ਹੋ ਹੀ ਨਹੀਂ ਸਕਦੇ। that's what how we think our as parent। ਪਰ ਉਹ ਬੱਚਾ ਜਿਹੜਾ ਉਹ ਇੰਨਾ ਹੀ ਫਰਸਟ੍ਰੇਸ਼ਨ ਦੇ ਵਿੱਚ ਹੁੰਦਾ ਕਿ ਮੈਂ ਇੰਨਾ ਵੀ ਨਹੀਂਗਾ ਕਿ ਮੈਂ ਨਹੀਂ ਕਰ ਸਕਦਾ ਇਹ ਕੁਛ। ਹੁਣ ਬੱਚੇ ਨੇ ਬਾਹਰ ਜਾਣਾ ਆ, ਤੁਸੀਂ ਆਪ ਕੰਫਰਟੇਬਲ ਮਹਿਸੂਸ ਨਹੀਂ ਕਰਦੇ ਕਿ ਬੱਚਾ ਬਾਹਰ ਜਾਊਗਾ, ਤੁਹਾਨੂੰ ਇਹ ਲੱਗਦਾ ਦੂਜੇ ਬੱਚੇ ਇਹਦਾ ਮਖੌਲ ਉਡਾਉਣਗੇ ਜਾਂ ਇੱਦਾਂ ਹੋਣਗੇ। ਯੂ ਜਸਟ ਵਾਂਟ ਟੂ ਬੀ ਮੋਰ ਪ੍ਰੋਟੈਕਟਿਵ। ਤੁਸੀਂ ਜ਼ਿਆਦਾ ਫੋਕਸਡ ਉਹਦੇ 'ਤੇ ਹੋ, ਪਰ ਦੂਸਰੇ 'ਤੇ ਇੰਪੈਕਟ ਤਾਂ ਪੈ ਰਿਹਾ। ਬਿਲਕੁਲ ਪੈ ਰਿਹਾ। ਹੁਣ ਦੂਜਾ ਬੱਚਾ ਆ, ਓਕੇ, ਉਹਨੇ ਬਾਹਰ ਖੇਡਣ ਜਾਣਾ ਆ,
ਐਂਡ ਯੂ ਵਿਲ ਜਸਟ ਪੁੱਟ ਅ ਕੰਡੀਸ਼ਨ, ਖੇਡਣ ਤਾਂ ਤੂੰ ਜਾ ਸਕਦੀ ਆ ਜਾਂ ਜਾ ਸਕਦਾ ਐਜ਼ ਲੌਂਗ ਐਜ਼ ਯੂ ਟੇਕ ਯੂਰ ਸਿਬਲਿੰਗ ਆਊਟ। ਐਂਡ ਨਾਓ ਵਾਈ ਆਰ ਯੂ ਪੁਟਿੰਗ ਦੈਟ ਰਿਸਪੌਂਸਿਬਿਲਿਟੀ ਔਨ ਅ ਚਾਈਲਡ? ਇਹ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਜੇ ਕਿ ਛੋਟਾ ਬੱਚਾ ਜੇ ਵੱਡਾ ਜਾ ਰਿਹਾ ਤਾਂ ਛੋਟੇ ਨੂੰ ਤੁਸੀਂ ਨਾਲ ਕਹਿੰਦੇ ਵੀ ਮਗਰ ਪੈ ਰਿਹਾ, ਲੈ ਜਾ ਇਹਨੂੰ ਵੀ ਨਾਲ। ਰਾਈਟ, ਪਹਿਲੀ ਗੱਲ ਤਾਂ ਉਹਨਾਂ ਦਾ ਏਜ ਡਿਫਰੈਂਸ ਆ। ਉਸ ਕੇਸ ਦੇ ਵਿੱਚ ਜਿਹੜਾ ਅਬਿਊਜ਼ ਹੋਣਾ ਛੋਟੇ ਬੱਚੇ ਦੇ ਲਈ ਵੀ ਉਹ ਵਲਨੇਬਿਲਟੀ ਹੈਗੀ ਆ ਕਿ ਉਹ ਛੋਟੇ ਨੂੰ ਲੈ ਤਾਂ ਜਾਊਗਾ, ਬਾਹਰ ਜਾ ਕੇ ਉਹਨੂੰ ਬਾਹਰ ਜਾ ਕੇ ਕਰੂਗਾ, ਜਾਂ ਈਵਨ ਘਰ ਆਏ ਤੇ ਵੀ ਦਬਾ ਸਕਦਾ ਹੈ ਤੇ ਉਹਨੂੰ ਕਹਤਾ ਵੀ ਤੂੰ ਇੱਥੇ ਹੀ ਬੈਠਣਾ ਆ, ਮੈਂ ਆਪਣੇ ਫਰੈਂਡਾਂ ਨਾਲ ਖੇਲਣਾ, ਤੂੰ ਨਹੀਂ ਵਿੱਚ ਖੇਡ ਸਕਦੀ ਜਾਂ ਖੇਡ ਸਕਦਾ। ਫਿਰ ਉਹੀ ਗੱਲ ਹੈ ਨਾ, ਜਿਹੜੀ ਸਿਬਲਿੰਗ ਦੀ ਬੋਲਿੰਗ ਆ ਉਹਦੇ ਬਾਰੇ ਆਪਾਂ ਕਦੇ ਐਕਸਪਲੋਰ ਨਹੀਂ ਕੀਤਾ, ਪਰ ਸਿਬਲਿੰਗਸ ਵੀ ਹੁਣ ਦੇਖੋ ਪਹਿਲਾਂ ਵੀ ਗੱਲ ਕੀਤੀ ਆ ਕਿ ਹਾਲਾਤ ਕੋਈ ਵੀ ਹੋ ਸਕਦੇ ਆ, ਫੈਕਟਰਸ ਉਹਦੇ ਪਿੱਛੇ ਕੋਈ ਵੀ ਹੋ ਸਕਦੇ ਆ ਜਦੋਂ ਆਪਾਂ ਬੋਲਿੰਗ ਦੀ ਗੱਲ ਕਰਦੇ ਹਾਂ। ਬਟ ਇਹ ਚੀਜ਼ ਦੇਖਣ ਚਾਹੁੰਦੀ ਹੈ ਕਿ ਜਿਹੜੇ ਵਲਨੇਬਲ ਬੱਚੇ ਹੈਗੇ ਆ ਉਹਨਾਂ ਨੂੰ ਕਈ ਵਾਰ ਉਹਨਾਂ ਦੇ ਸਿਬਲਿੰਗਸ ਵੀ ਉਹ ਅਬਿਊਜ਼ ਕਰਦੇ ਆ। ਬਿਲਕੁਲ ਕਰਦੇ ਆ, ਪਰ ਕਈ ਵਾਰੀ ਇਹ ਹੁੰਦਾ ਹੈ ਕਿ ਜਿਹੜਾ ਬੱਚਾ ਸਪੈਸ਼ਲ ਨੀਡ ਆ, ਸਮਝ ਲਓ ਕਿ ਉਹਨਾਂ ਨੂੰ ਸਪੋਰਟ ਪੇਰੈਂਟਸ ਦੀ ਬਹੁਤ ਜ਼ਿਆਦਾ ਹੁੰਦੀ ਆ, ਕਈ ਵਾਰੀ ਉਹ ਵੀ ਅਬਿਊਸਿਵ ਹੁੰਦੇ ਆ ਟੁਵਰਡਸ देयर ਸਿਬਲਿੰਗਸ ਬਿਕਾਜ਼ देयर इज अ ਕੰਪੈਰੀਜ਼ਨ, ਦੇ ਕੰਪੇਅਰ ਥੈਮਸੈਲਫ ਵਿਦ them ਵੀ ਇਹ ਆ ਕੁਛ ਕਰ ਸਕਦੇ, ਮੈਂ ਨਹੀਂ ਕਰ ਸਕਦਾ, then they feel jealous towards it, which is normal, but ਜਿਹੜੇ ਪੇਰੈਂਟਸ ਨੇ ਉਹ ਟੋਟਲੀ ਉਸ ਚੀਜ਼ ਨੂੰ ਇਗਨੋਰ ਕਰਦੇ ਆ। ਉਹ ਇਹ ਤਾਂ ਵਿਚਾਰਾ ਜਾਂ ਵਿਚਾਰੀ ਆ, ਇਹ ਇੱਦਾਂ ਕਿਵੇਂ ਕਰ ਸਕਦੇ ਆ, they just totally ignore it. These are the factors. ਇੱਕ ਜਦੋਂ ਤੁਸੀਂ ਆਪਣੇ ਆਪ ਨੂੰ ਇਹ ਸੋਚੋ, ਜਿਹੜਾ ਹਿਊਮਨ ਬੀਇੰਗ ਆ, ਵੀ ਹੈਵ ਦਿਸ ਥਿੰਗ ਇਨਸਾਈਡ ਅਸ, ਜਦੋਂ ਸਾਤੋਂ ਕੋਈ ਵਧੀਆ ਕਰਦਾ ਉਦੋਂ ਤੁਹਾਨੂੰ ਕਿਵੇਂ ਫੀਲ ਹੁੰਦਾ ਆ, that is everybody's feelings too. We all born with those things. ਸਾਨੂੰ ਜੈਲਸ ਵੀ ਹੁੰਦੀ ਆ, ਸਾਨੂੰ ਖੁਸ਼ੀ ਵੀ ਹੁੰਦੀ ਆ, ਸਾਨੂੰ ਦੁੱਖ ਵੀ ਹੁੰਦਾ ਆ, ਅਸੀਂ ਸੈਡ ਵੀ ਹੁੰਦੇ ਆ, ਅਸੀਂ ਬਹੁਤ ਕੁਛ ਇਹਦੇ ਵਿੱਚ ਗਿਲਟ ਵੀ ਫੀਲ ਹੁੰਦੀ ਹੈ ਜਦੋਂ ਅਸੀਂ ਕਿਸੇ ਨਾਲ ਕੁਛ ਗਲਤ ਕਰਦੇ ਹਾਂ। ਸੋ ਐਵਰੀਬਡੀ ਡਸ ਦ ਸੇਮ। ਰੂਪੀ, ਇੱਕ ਹੋਰ ਚੀਜ਼ ਜਿਹੜੀ ਮੈਂ ਇੱਕ ਸਿਨੈਰੀਓ ਡਿਸਕਸ ਕਰਨਾ ਚਾਹੁੰਦੀ ਹਾਂ ਕਿ ਘਰ ਦੇ ਵਿੱਚ ਜਿਹੜਾ ਵੱਡਾ ਸਿਬਲਿੰਗ ਹੈ, ਖਾਸ ਕਰਕੇ ਮੈਂ ਟੀਨੇਜਰਸ ਦੀ ਗੱਲ ਕਰ ਰਹੀ ਹਾਂ, ਕਿ ਜੋ ਉਹਦਾ ਕੋਈ ਅਨਹੈਲਥੀ ਬਿਹੇਵੀਅਰ ਆ ਵੱਡੇ ਸਿਬਲਿੰਗ ਦਾ, ਚਾਹੇ ਉਹ ਭੈਣ ਆ ਭਰਾ ਆ, ਕਿਤੇ ਉਹ ਸਬਸਟੈਂਸ ਯੂਜ਼ ਦੇ ਵਿੱਚ ਇਨਵੋਲਵ ਹੈ ਜਾਂ ਕੋਈ ਹੋਰ ਉਹਦਾ ਅਬਿਊਜ਼ਿਵ ਬਿਹੇਵੀਅਰ ਹੈ, ਪੋਸੀਬਲੀ ਇਨਅਪਰੋਪਰੀਏਟ ਜਿਹੜਾ ਹੈ, ਉਹ ਕਿਸ ਤਰ੍ਹਾਂ ਦੀ ਸੈਕਸ਼ੂਅਲ ਐਕਟੀਵਿਟੀ ਵੀ ਹੋ ਸਕਦੀ ਹੈ, ਜਿਹੜਾ ਵੱਡਾ ਟੀਨਏਜ ਸਿਬਲਿੰਗ ਘਰ ਦੇ ਵਿੱਚ ਹੈ। ਇਹ ਕਹਿੰਦੇ ਓਬਜ਼ਰਵ ਕੀਤਾ ਜਾਂਦਾ ਕਿ ਛੋਟੇ ਦੀ ਸੰਭਾਵਨਾ ਜਿਹੜੀ ਹੈ ਉਹ ਵੱਧ ਜਾਂਦੀ ਹੈ ਜੇ ਇਸ ਤਰ੍ਹਾਂ ਦਾ ਐਕਸਪੋਜ਼ਰ ਉਹਦਾ ਵੱਡੇ ਸਿਬਲਿੰਗ ਦੇ ਨਾਲ ਹੈਗਾ। ਹੁਣ ਮੰਨ ਲਓ ਕਿਸੇ ਘਰ ਦੇ ਵਿੱਚ ਇੱਦਾਂ ਦੀ ਸਿਚੁਏਸ਼ਨ ਹੈਗੀ ਆ, ਉਸ ਕੇਸ ਦੇ ਵਿੱਚ ਹੁਣ ਪੇਰੈਂਟ ਕੀ ਕਰਨ, ਐਟਲੀਸਟ ਜਿਹੜਾ ਸੈਕਿੰਡ ਵਨ ਹੈ ਉਹਨੂੰ ਠੀਕ ਠਾਕ ਰੱਖਿਆ ਜਾ ਸਕੇ। I was called into one scenario I have. ਉਹਦੇ ਵਿੱਚ ਵੱਡਾ ਭਰਾ ਜਿਹੜਾ ਸੈਕਸ਼ੂਅਲੀ ਅਬਿਊਜ਼ ਕਰਦਾ ਸੀ ਛੋਟੇ ਭਰਾ ਨੂੰ। Oh really? Yes. ਤੇ ਛੋਟਾ ਭਰਾ ਫਿਰ ਉਸ ਤੋਂ ਬਾਅਦ ਉਹ ਡਿਪਰੈਸ਼ਨ ਦੇ ਵਿੱਚ, he will not go out, he will smoke marijuana and stay home, don't want to work, do anything. ਪੇਰੈਂਟਸ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਕਿ ਇਹ ਗੱਲ ਹੋ ਵੀ ਸਕਦੀ ਆ। ਸੋ ਇੱਕ ਤਾਂ ਉਹਦੇ ਨਾਲ ਜੋ ਹੋਇਆ, ਦੂਜਾ ਜੋ ਕੁਛ ਉਹ ਦੱਸ ਰਿਹਾ, ਦੈਟਸ ਇੰਪੋਸੀਬਲ। ਸੋ ਫਿਰ ਤੁਸੀਂ ਸੋਚ ਸਕਦੇ ਹੋ ਵੀ ਉਹ ਬੱਚੇ ਦਾ ਕੀ ਹਾਲ ਆ ਜਦੋਂ ਅਸੀਂ ਪੇਰੈਂਟਸ ਕੋਲ ਇੱਕ ਕੰਨ ਵੀ ਨਹੀਂ ਹੈਗੇ ਉਸ ਗੱਲ ਨੂੰ ਸੁਣਨ ਦੀ ਖਾਤਰ। ਮੰਨਣਾ ਤਾਂ ਬਹੁਤ ਦੂਰ ਦੀ ਗੱਲ ਹੈ, at least just to listen to it, right? Which I end up doing it, to listening to him, to find out what was the problem and how it happens, which is parents were working and they were left alone at home. So ਅਸੀਂ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੰਦੇ। ਪਰ ਅੱਜ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ, ਇਹਨਾਂ ਗੱਲਾਂ ਕਰਨ ਦਾ ਮਕਸਦ ਇਹ ਨਹੀਂ ਕਿ ਕਿਸੇ ਤਰ੍ਹਾਂ ਦਾ ਪੈਨਿਕ ਕ੍ਰੀਏਟ ਕਰਨਾ ਜਾਂ ਕੋਈ ਐਂਗਜ਼ਾਈਟੀ ਕ੍ਰੀਏਟ ਕਰਨੀ ਆ। ਆਪਾਂ ਸਿਰਫ ਪਰਤਾਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤ ਕੁਝ ਇੱਦਾਂ ਦਾ ਹੈ ਜਿਹਦੇ ਬਾਰੇ ਆਪਾਂ ਗੱਲ ਨਹੀਂ ਕਰਨਾ ਚਾਹੁੰਦੇ, ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਢੱਕਿਆ ਰਿੱਝ ਰਿਹਾ ਹੈ। ਰੂਪੀ ਧਾਲੀਵਾਲ ਮੇਰੇ ਨਾਲ ਨੇ। ਰੂਪੀ, ਜੇ ਸਿਰਫ ਤੇ ਸਿਰਫ ਕਿਉਂਕਿ ਜੋ ਆਪਾਂ ਸ਼ੁਰੂ ਗੱਲ ਕੀਤੀ ਸੀ ਕਿ ਮਾਪੇ ਹਮੇਸ਼ਾ ਉਹਨਾਂ ਦੀ ਇੱਛਾ ਹੀ ਹੁੰਦੀ ਹੈ ਕਿ ਬੱਚੇ ਮਿਲ ਜੁਲ ਕੇ ਰਹਿਣ, ਪਿਆਰ ਦੇ ਨਾਲ ਰਹਿਣ। ਕਦੇ ਮਾਪੇ ਦੀ ਬੇਸ਼ੱਕ ਇੰਟੈਂਸ਼ਨ ਨਹੀਂ ਹੁੰਦੀ ਕਿ ਕਿਸੇ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਕੀਤਾ ਜਾਵੇ, ਕੋਈ ਫਰਕ ਕੀਤਾ ਜਾਵੇ। ਸਟਿਲ ਜਿਹੜੀ ਸਟੱਡੀ ਦੀ ਮੈਂ ਗੱਲ ਕਰ ਰਹੀ ਸੀ, ਇੱਕ ਕਿਤਾਬ ਸੀ ਸਿਬਲਿੰਗ ਇਫੈਕਟਸ, ਉਹਦੇ ਵਿੱਚ ਇਹ ਗੱਲ ਉਹਨਾਂ ਨੇ ਕਹੀ ਆ ਕਿ ਜਿਹੜੇ ਫਾਦਰਸ ਨੇ ਤਕਰੀਬਨ ਉਹ 70% ਫਾਦਰਸ
ਉਹਨਾਂ ਦਾ ਫੇਵਰਟ ਚਾਈਲਡ ਦੀ ਪ੍ਰੈਫਰੈਂਸ ਹੁੰਦੀ ਹੈ 65% ਮਦਰਸ ਦੀ ਹੁੰਦੀ ਹੈ ਜਿਹੜੀ ਐਗਜ਼ਿਬਿਟ ਕਰਦੇ ਆ। ਉਹਨੇ ਹਾਈਲਾਈਟ ਕੀਤੀ ਇਹ ਚੀਜ਼, ਕਹਿੰਦੇ ਕਿ 70% ਜੇ ਫਾਦਰਸ ਦੀ ਗੱਲ ਕਰਦੇ ਆ, 65% ਮਾਵਾਂ ਦੀ ਗੱਲ ਕਰਦੇ ਆ, ਤਾਂ ਉਹ ਐਗਜ਼ਿਬਿਟ ਕਰਦੇ ਆ ਕਿ ਉਹ ਉਹਨਾਂ ਦਾ ਕੋਈ ਪ੍ਰੈਫਰਡ ਫੇਵਰਟ ਚਾਈਲਡ ਹੈਗਾ। ਉਸ ਤੋਂ ਬਾਅਦ ਉਹਨੇ ਇਹ ਗੱਲ ਮੈਂਸ਼ਨ ਕੀਤੀ ਹੈ, ਕਹਿੰਦੇ ਅਸਲ ਦੇ ਵਿੱਚ ਇਹ ਤਾਂ ਐਗਜ਼ਿਬਿਟ ਕਰਨ ਵਾਲਿਆਂ ਦੀ ਗੱਲ ਹੈ ਜਿਹੜੇ ਹਾਲੇ ਲੁਕੋ ਲੈਂਦੇ ਆ, ਜਿਹੜੇ ਇਹ ਗੱਲ ਕਹਿੰਦੇ ਆ ਕਿ ਅਸੀਂ ਤਾਂ ਕੋਈ ਫ਼ਰਕ ਕਰਦੇ ਨਹੀਂ, ਅਸੀਂ ਤਾਂ ਕੋਈ ਭੇਦਭਾਵ ਕਿਸੇ ਤਰ੍ਹਾਂ ਦਾ ਕਰਦੇ ਨਹੀਂ ਹੈਗੇ। ਸੋ 95% ਜਿਹੜੇ ਲੋਕ ਆ ਉਹ ਜ਼ਰੂਰ ਗਾਹੀ ਵਗਾਹੀ ਚਾਹੁੰਦੇ ਹੋਏ ਜਾਂ ਨਾ ਚਾਹੁੰਦੇ ਹੋਏ ਆਪਣਾ ਪ੍ਰੈਫਰਡ ਫੇਵਰਟ ਚਾਈਲਡ ਜ਼ਰੂਰ ਰੱਖਦੇ ਆ, ਚਾਹੇ ਉਹ ਮਾਂ ਹੈ ਜਾਂ ਬਾਪ ਹੈ। ਇਹ ਵੀ ਕਿਹਾ ਜਾਂਦਾ ਕਿ ਆਪੋਜ਼ਿਟ ਸੈਕਸ ਵਾਲੇ ਜਿਹੜੇ ਬੱਚੇ ਆ ਉਹ ਜ਼ਿਆਦਾ ਆਪਣੇ ਮਾਪਿਆਂ ਦੇ ਕਰੀਬ ਹੁੰਦੇ ਆ। ਮਾਂ ਦੇ ਕਰੀਬ ਬਹੁਤਾ ਕਹਿੰਦੇ ਪੁੱਤਰ ਹੁੰਦਾ ਅਤੇ ਬਾਪ ਦੇ ਕਰੀਬ ਬੇਟੀ ਹੁੰਦੀ ਹੈ। ਖੈਰ ਹਰ ਇੱਕ ਦਾ ਮੇ ਬੀ ਇਹ ਤਜਰਬਾ ਵੱਖਰਾ ਹੋ ਸਕਦਾ। ਆਪਣਾ ਜਿਹੜਾ ਫੋਕਸ ਅਜਿਹੀ ਹੈ ਕਿ ਵੀ ਜਿਹੜੀ ਵੀ ਸਿਚੁਏਸ਼ਨ ਹੈ, ਇਹ ਰਿਲੇਸ਼ਨਸ਼ਿਪ ਜਿਹੜੀ ਸਿਬਲਿੰਗਸ ਦੀ ਰਿਲੇਸ਼ਨਸ਼ਿਪ ਹੈ ਉਹਨੂੰ ਕਿੱਦਾਂ ਇੰਪਰੂਵ ਕੀਤਾ ਜਾਵੇ, ਕਿਸ ਤਰ੍ਹਾਂ ਬਿਹਤਰ ਕੀਤਾ ਜਾਵੇ, ਹੈਲਥੀ ਰੱਖਿਆ ਜਾਵੇ, ਮਾਪੇ ਉਹਦੇ ਵਿੱਚ ਕੀ ਯੋਗਦਾਨ ਪਾ ਸਕਦੇ ਆ। ਦੇਖੋ, ਪਹਿਲੀ ਗੱਲ ਤਾਂ ਆਪਾਂ ਇਹੀ ਕੀਤੀ ਸੀ ਵੀ ਤੁਸੀਂ ਕੰਪੈਰੀਜ਼ਨ ਨਹੀਂ ਕਰਨਾ। ਫਿਰ ਦੂਸਰੀ ਗੱਲ ਇਹ ਆ ਕਿ ਫੇਵਰਿਜ਼ਮ ਨਹੀਂ ਹੋਣਾ ਚਾਹੀਦਾ। ਟਰੀਟ ਦੈਮ ਇਕੁਅਲੀ। ਜੈਂਡਰ ਜਿਹੜਾ ਡਿਫਰੈਂਸ ਆ ਉਹ ਸਾਡੇ ਕਲਚਰ ਦੇ ਵਿੱਚ ਬਹੁਤ ਵੱਡਾ ਆ, ਉਹ ਨਹੀਂ ਹੋਣਾ ਚਾਹੀਦਾ। ਤੁਹਾਡੀ ਧੀ ਅਤੇ ਤੁਹਾਡਾ ਪੁੱਤ ਦੇ ਆਰ ਦ ਸੇਮ ਰਿਗਾਰਡਲੈਸ ਆਫ ਤੁਹਾਡੇ ਕਲਚਰ ਜੋ ਮਰਜ਼ੀ ਕਵੇ, ਪਰ ਉਹ ਹੈ ਤਾਂ ਇਨਸਾਨ ਨੇ ਨਾ। ਦੇ ਬੋਥ ਬਰੀਥ, ਦੇ ਬੋਥ ਈਟ, they both dump, they need oxygen, they need all the physical needs are similar. ਇੱਕ ਬਣਤਰ ਜੇ ਵੱਖ ਆ ਤਾਂ ਉਹਨਾਂ ਦੇ ਰੋਲ ਵੀ ਵੱਖ ਨੇ। ਉਹ ਤਾਂ ਪਰਮਾਤਮਾ ਨੇ ਕੀਤੀ ਆ ਜੀ, ਪਰ ਜਿਹੜਾ ਐਕਸਕਿਊਜ਼ ਮੀ ਜਿਹੜਾ ਉਹਨਾਂ ਦਾ ਅਸਲ ਦੇ ਵਿੱਚ ਆਪਾਂ ਐਜ਼ ਅ ਹਿਊਮਨ ਦੇਖਣਾ ਆ, ਦੇ both are equal to you, they born in the similar way, okay? ਤੇ ਮਾਂ ਲਈ ਤੇ ਬਾਪ ਲਈ ਉਹਨਾਂ ਦਾ ਜਿਹੜਾ ਦਿੱਖ ਹੈ ਉਹ ਵੱਖਰੀ ਹੋ ਸਕਦੀ ਆ। ਉਹ ਕੋਈ ਤੁਹਾਨੂੰ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਜਾਂ ਤੁਹਾਡੇ ਉਹਨਾਂ ਦੇ ਰੰਗਾਂ ਦੇ ਵਿੱਚ ਫ਼ਰਕ ਹੈ, ਉਹਨਾਂ ਦੇ ਫੀਚਰਸ ਦੇ ਵਿੱਚ ਫ਼ਰਕ ਹੈਗਾ, ਪਰ ਇਹ ਜਿਹੜਾ ਫ਼ਰਕ ਹੈ ਘੱਟੋ ਘੱਟ ਮਾਂ ਬਾਪ ਤਾਂ ਨਾ ਕਰਨ। ਬਿਲਕੁਲ ਵੀ ਉਹਦਾ ਰੰਗ ਗੋਰਾ, ਉਹਦਾ ਰੰਗ ਕਾਲਾ ਆ, ਉਹ ਛੋਟਾ ਆ, ਉਹ ਮੋਟਾ ਆ, ਉਹ ਪਤਲਾ ਆ। ਦੀਜ਼ ਆਰ ਦ ਥਿੰਗਸ ਵੈਰੀ ਸੁਪਰਫਿਸ਼ੀਅਲ ਥਿੰਗਸ। ਜਿਹੜਾ ਇਨ ਬਿਟਵੀਨ ਜਿਹੜਾ ਹੈਗਾ ਆ ਇਨਸਾਈਡ ਦ ਚਾਈਲਡ, ਜਿਹੜੇ ਤੁਹਾਡੇ ਕਨੈਕਸ਼ਨ ਨੇ ਤਾਂ ਬਹੁਤ ਡੂੰਘੇ ਨੇ। ਆ ਤਾਂ ਉੱਪਰਲੀਆਂ ਚੀਜ਼ਾਂ ਨੇ, ਬੌਂਡ ਤਾਂ ਤੁਹਾਡੇ ਹੀ ਹੋਏ ਆ। ਮੈਂ ਬਹੁਤ ਵਾਰੀ ਇਹ ਗੱਲਾਂ ਸੁਣੀਆਂ ਰੂਪੀ, ਸ਼ਾਇਦ ਤੁਸੀਂ ਵੀ ਸੁਣੀਆਂ ਬਹੁਤ ਵਾਰੀ, ਹੈ ਨਾ। ਜੇ ਘਰ ਦੇ ਵਿੱਚ ਦੋ ਕੁੜੀਆਂ ਆ, ਇੱਕ ਦਾ ਰੰਗ ਪੱਕਾ ਕਿਹਾ ਜਾਂਦਾ, ਇੱਕ ਦਾ ਰੰਗ ਕਣਕ ਬੰਨਾ ਹੈ ਜਾਂ ਗੋਰਾ ਰੰਗ ਕਿਹਾ ਜਾਂਦਾ, ਔਰ ਬਹੁਤ ਵਾਰੀ ਇਹ ਚੀਜ਼ ਮਹਿਸੂਸ ਕੀਤੀ ਜਾਂਦੀ ਹੈ ਕਿ ਸਮਝਿਆ ਜਾਂਦਾ ਕਿ ਵੀ ਮਾਂ ਕਿਸੇ ਇੱਕ ਨੂੰ ਪ੍ਰੈਫਰ ਕਰ ਰਹੀ ਹੈ ਜਾਂ ਉਹ ਜਿਹੜੀ ਫੈਮਿਲੀ ਆ ਉਹ ਕਿਸੇ ਇੱਕ ਨੂੰ ਪ੍ਰੈਫਰ ਕਰ ਰਹੀ ਹੈਗੀ ਆ। ਇੱਕ ਨਹੀਂ, ਘਟਨਾਵਾਂ ਬਹੁਤ ਸਾਰੀਆਂ। ਤੁਸੀਂ ਦੇਖੋ ਕਿੱਥੋਂ ਗੱਲ ਚੱਲਦੀ ਹੈ ਅਤੇ ਕਿੱਥੇ ਤੱਕ ਮਨ ਦੇ ਵਿੱਚ ਉਹ ਰਹਿੰਦੀ ਹੈ, ਅਤੇ ਪਰਸਨੈਲਿਟੀ 'ਤੇ ਓਵਰਆਲ ਕਿੰਨਾ ਇੰਪੈਕਟ ਪਿਆ ਹੋਊ। ਬਹੁਤ ਡੈਮੇਜਿੰਗ ਨੇ ਜਿਹੜੀਆਂ ਗੱਲਾਂ ਨੇ। ਫਿਰ ਦੂਸਰੀ ਗੱਲ, ਇੱਕ ਬੱਚਾ ਥੋੜ੍ਹਾ ਜਿਹਾ ਸ਼ਾਰਪ ਆ ਪੜ੍ਹਨ ਨੂੰ, ਦੂਜੇ ਦੇ ਵਿੱਚ ਥੋੜ੍ਹਾ ਜਿਹਾ ਉਹ ਕਿਸੇ ਹੋਰ ਪਾਸੇ ਵੱਲ ਉਹ ਜ਼ਿਆਦਾ ਵਧੀਆ ਹੋਊਗਾ। ਜੇ ਪੜ੍ਹਾਈ ਵੱਲ ਨਹੀਂ ਹੈਗਾ, ਉਹ ਖੇਡਾਂ ਵੱਲ ਹੋਊਗਾ ਜਾਂ ਕੁਛ ਹੁੰਦਾ ਆ। ਹਰ ਇੱਕ ਇਨਸਾਨ ਜਿਹੜਾ ਉਹ ਇੱਕ ਇੰਡੀਵਿਜੂਅਲਿਟੀ ਆ, ਉਹਦੀ ਕੋਈ ਰਿਪਲੇਸਮੈਂਟ ਨਹੀਂ ਹੈ ਇਸ ਦੁਨੀਆ ਦੇ ਵਿੱਚ। ਪਰਮਾਤਮਾ ਨੇ ਜਿਹਨੂੰ ਵੀ ਕ੍ਰੀਏਟ ਕੀਤਾ, ਜਿੰਨੇ ਲੋਕ ਪੈਦਾ ਹੁੰਦੇ ਆ, ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦੀ ਹਾਂ, ਚਾਹੇ ਉਹ ਤੁਹਾਡੇ ਬੱਚੇ ਨੇ, ਕਿਤੇ ਵੀ ਕੋਈ ਵੀ ਇਨਸਾਨ ਪੈਦਾ ਹੋਇਆ, ਇੱਕ ਗੱਲ ਇਹ ਦੇਖੋ ਕਿ ਉਹ ਹਮੇਸ਼ਾ ਭਿੰਨ ਆ ਇੱਕ ਦੂਜੇ ਤੋਂ। ਰੱਬ ਨੇ ਇੰਨੇ ਸੰਚੇ ਆ ਰੱਬ ਦੇ ਕੋਲ, ਅਤੇ ਤੁਸੀਂ ਉਹਨਾਂ ਨੂੰ ਐਕਸੈਪਟ ਹੀ ਨਹੀਂ ਕਰ ਸਕੇ ਅੱਜ ਤੱਕ। ਸੋ ਜਿਹੜੇ ਡਿਫਰੈਂਸਿਸ ਆ, ਅਸੀਂ ਉਹਨਾਂ ਦੀ ਨਾ ਤਾਂ ਐਕਸੈਪਟੈਂਸ ਹੈ ਨਾ ਰਿਸਪੈਕਟ ਕਰਦੇ ਹਾਂ। ਵੱਡੀ ਗਲਤੀ ਇੱਥੇ ਹੀ ਕਰ ਜਾਂਦੇ ਹਾਂ, ਪਰ ਸਾਡੀ ਐਕਸਪੈਕਟੇਸ਼ਨ ਫਿਰ ਇਹੀ ਹੈ ਕਿ ਬੱਚੇ ਆਪਸ ਦੇ ਵਿੱਚ ਬਹੁਤ ਵਧੀਆ ਪਿਆਰ ਮੁਹੱਬਤ ਦੇ ਨਾਲ ਰਹਿਣ। ਫਿਰ ਦੂਸਰੀ ਗੱਲ, ਤੁਸੀਂ ਐਕਸਪੈਕਟ ਬਹੁਤ ਕੁਛ ਕਰਦੇ ਹੋ ਬੱਚਿਆਂ ਤੋਂ। ਬੱਚਿਆਂ ਤੋਂ ਤੁਸੀਂ ਐਕਸਪੈਕਟ ਕਰਦੇ ਹੋ A1 ਸਟੂਡੈਂਟ ਹੋਵੇ, ਇਹ ਬਿਲਕੁਲ ਕੁਛ ਗਲਤੀ ਨਾ ਕਰੇ, ਇਹ ਖਾਣਾ ਵੀ ਟਾਈਮ ਸਿਰ ਖਾਵੇ, ਸੌਵੇਂ ਵੀ। ਫਿਰ ਉਹ ਬੱਚਾ ਕਿੱਥੋਂ ਆ, ਉਹ ਐਡਲਟ। ਤੁਸੀਂ ਹੁਣ ਤੱਕ ਨਹੀਂ ਕਰਦੇ। Why they call children? Because they are children. They will be. ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਉਸ ਤਰ੍ਹਾਂ ਦੇ ਹੋਣ, then be the role model. ਆਪ ਕਰਨਾ ਨਹੀਂ ਤੇ ਬੱਚਿਆਂ ਤੋਂ ਐਕਸਪੈਕਟ ਕਰਨਾ। ਸੋ ਕੋਈ ਗੱਲ ਨਹੀਂ, ਘਰ ਦੇ ਵਿੱਚ ਜੇ ਇੱਕ ਬੱਚਾ ਇਸ ਤਰ੍ਹਾਂ ਦਾ ਆ ਜਿਹੜਾ ਹਰ ਇੱਕ ਚੀਜ਼ ਹੈ ਟਿਕਾਣੇ ਸਿਰ ਰੱਖਦਾ, ਦੂਸਰੇ ਦਾ ਆਪਣਾ ਸੁਭਾਅ ਹੈਗਾ, ਪਰ ਜਿੱਥੇ ਐਕਸੈਪਟੈਂਸ ਆ ਜਿਹੜੀ, ਉਹ ਫਿਰ ਆ ਗਈ ਉੱਥੇ ਹੀ ਨਾ। ਦੇ ਐਕਸੈਪਟ ਕਰੋਗੇ ਤਾਂ ਜਿਹੜੇ ਤੁਹਾਨੂੰ ਡਿਫਰੈਂਸ ਨੇ ਉਹ ਨਜ਼ਰ ਨਹੀਂ ਆਉਣੇ।
ਜਦੋਂ ਤੁਸੀਂ ਕੰਪੇਅਰ ਕਰਦੇ ਹੋ, ਜਦੋਂ ਤੁਸੀਂ ਐਕਸਪੈਕਟ ਕਰਦੇ ਹੋ, ਐਕਸੈਪਟ ਨਹੀਂ ਕਰਦੇ, ਐਕਸਪੈਕਟ ਕਰਦੇ ਹੋ, ਫਿਰ ਤੁਹਾਨੂੰ ਡਿਫਰੈਂਸ ਇੰਨੇ ਜ਼ਿਆਦਾ ਆਉਂਦੇ ਆ ਨਜ਼ਰ, ਤੇ ਉਹਦੇ ਨਾਲ ਕੰਪੈਰੀਜ਼ਨ ਆਪਣੇ ਆਪ ਹੋ ਜਾਂਦਾ। ਸਾਨੂੰ ਇਹ ਵਹਿਮ ਰਹਿੰਦਾ ਰੂਪੀ ਇਸ ਚੀਜ਼ ਦਾ ਕਿ ਵੀ ਅਸੀਂ ਸ਼ਾਇਦ ਦੂਸਰੇ ਦੇ ਨਾਲ ਕੰਪੇਅਰ ਕਰਕੇ ਇਹਨੂੰ ਦੱਸਾਂਗੇ ਕਿ ਦੇਖ ਉਹਦਾ ਕਮਰਾ ਸਾਫ਼ ਆ ਤੇ ਉਹ ਕਿੰਨੇ ਵਧੀਆ ਤਰੀਕੇ ਨਾਲ ਪੜ੍ਹਦਾ ਆ, ਉਹ ਕਿੰਨੇ ਸਵੇਰੇ ਉੱਠ ਕੇ ਸਮੇਂ ਸਿਰ ਤਿਆਰ ਹੋ ਜਾਂਦਾ, ਚੀਜ਼ਾਂ ਥਾਂ ਟਿਕਾਣੇ ਰੱਖੀਆਂ ਹੋਈਆਂ ਨੇ, ਕਿ ਸ਼ਾਇਦ ਅਸੀਂ ਇਹ ਕੰਪੈਰੀਜ਼ਨ ਕਰਦੇ ਕਰਦੇ ਇਹਨੂੰ ਅਪਲਿਫਟ ਕਰ ਲਵਾਂਗੇ। ਇਹ ਵਹਿਮ ਆ, ਅਪਲਿਫਟ ਨਹੀਂ ਕਰ ਰਹੇ ਇਹ ਸਾਰੀਆਂ ਗੱਲਾਂ ਕਰਕੇ, ਰਾਦਰ ਉਹਦੀ ਸੈਲਫ ਐਸਟੀਮ ਨੂੰ ਹੇਠਾਂ ਹੀ ਲਿਆ ਰਹੇ। ਬਿਲਕੁਲ ਕੰਪੈਰੀਜ਼ਨ ਹੋ ਗਿਆ ਨਾ। ਐਕਸੈਪਟ ਕਰੋ, ਪਿਆਰ ਕਰੋ ਉਹਦੇ ਨਾਲ। ਜੇ ਤੁਹਾਨੂੰ ਲੱਗਦਾ ਆ ਵੀ ਇੱਕ ਬੱਚੇ ਨੂੰ ਹੈਲਪ ਦੀ ਲੋੜ ਹੈਗੀ ਆ ਕਿਸੇ ਦੂਸਰੇ ਤਰੀਕੇ ਦੇ ਨਾਲ, ਜਸਟ ਗੋ ਵਰਕ ਵਿਦ ਦਾ ਚਾਈਲਡ ਟੂ ਡੋਂਟ ਮੇਕ ਇਟ ਆਬਵੀਅਸ ਕਿ ਤੁਸੀਂ ਤਾਂ ਉਹਦੀ ਹੈਲਪ ਕਰ ਰਹੇ ਹੋ ਬਿਕੋਜ਼ ਹੀ ਨੀਡ ਦ ਹੈਲਪ। ਜਸਟ ਬੀ ਦੇਅਰ ਐਂਡ ਇੰਜੋਏ ਦ ਕੰਪਨੀ ਐਂਡ ਟਰਾਈ ਟੂ ਡੂ ਥਿੰਗਸ ਵਿਦ ਦ ਚਾਈਲਡ ਟੂ ਮੇਕ ਇਟ ਬੈਟਰ। ਇੱਕ ਗੱਲ ਨਿਰਮਲ ਹੁਣੀ ਕਹਿ ਕੇ ਗਏ ਸੀ ਕਿ ਕਹਿੰਦੇ ਕਈ ਵਾਰ ਲੋਕ ਹੀ ਤੁਹਾਡਾ ਕੰਮ ਖਰਾਬ ਕਰ ਦਿੰਦੇ ਆ। ਬਿਲਕੁਲ ਓਕੇ, ਮਾਪਿਆਂ ਤੱਕ ਦੀ ਤਾਂ ਆਪਾਂ ਹੁਣ ਬਹੁਤ ਗੱਲ ਕੀਤੀ ਹੈਗੀ ਆ, ਪਰ ਤੁਹਾਨੂੰ ਪਤਾ ਕਿ ਆਪਾਂ ਐਕਸਟੈਂਡਡ ਫੈਮਲੀਜ਼ ਦੇ ਵਿੱਚ ਰਹਿੰਦੇ ਹਾਂ, ਜਿੱਥੇ ਕਜ਼ਨਸ ਵੀ ਹੁੰਦੇ ਆ, ਜਿੱਥੇ ਹੋਰ ਚਾਚੇ ਤਾਏ ਦਾਦੇ ਦਾਦੀਆਂ ਨਾਨੇ ਨਾਨੀਆਂ ਵੀ ਹੁੰਦੇ ਆ। ਹੁਣ ਆਪਾਂ ਆਪਣੇ ਬੱਚੇ ਨੂੰ ਪਾਲਦੇ ਹੋਏ ਅਸੀਂ ਦੂਸਰਿਆਂ ਨੂੰ ਵੀ ਅਲਾਓ ਕਰ ਰਹੇ ਹਾਂ। ਤੁਸੀਂ ਤਾਂ ਮੰਨ ਲਿਆ ਕਿ ਤੁਸੀਂ ਕੰਪੇਅਰ ਨਹੀਂ ਕਰ ਰਹੇ, ਪਰ ਹੁਣ ਘਰ ਦੇ ਵਿੱਚ ਬੈਠੇ ਦਾਦੀ ਆ ਨਾਨੀ ਆ, ਉਹ ਸਾਰਾ ਦਿਨ ਪੂਰੇ ਦੇ ਪੂਰੇ ਟੱਬਰ ਦੇ ਨਾਲ ਹੀ ਕੰਪੇਅਰ ਕਰ ਰਹੀ ਹੈ ਇੱਕ ਬੱਚੇ ਨੂੰ। ਉੱਥੇ ਫਿਰ ਮਾਪੇ ਕੀ ਕਰਨ? ਜਾਂ ਇਹ ਇੱਕ ਬਹੁਤ ਵੱਡਾ ਸਾਡੇ ਕਲਚਰ ਦਾ ਹੈਗਾ ਆ ਵੀ ਇੱਕ ਇਕੱਲੇ ਪੇਰੈਂਟਸ ਨਾਲ ਨਹੀਂ ਬੱਚੇ ਡੀਲ ਕਰਦੇ, ਉੱਥੇ ਬਹੁਤ ਜ਼ਿਆਦਾ ਪੇਰੈਂਟਸ ਨੇ। ਉਹਦੇ ਵਿੱਚ ਤੁਹਾਡੇ ਗ੍ਰੈਂਡ ਪੇਰੈਂਟਸ ਵੀ ਪੇਰੈਂਟ ਬਣ ਜਾਂਦੇ ਆ, ਅਤੇ ਚਾਹੇ ਉਹ ਨਾਨਾ ਨਾਨੀ ਆ, ਚਾਹੇ ਉਹ ਦਾਦਾ ਦਾਦੀ ਆ, ਫਿਰ ਤੁਹਾਡੀਆਂ ਭੂਆ ਫੁੱਫੜ, ਤੁਹਾਡੇ ਦਾਏ ਚਾਚੇ, ਸਾਰੇ ਤੁਹਾਡੇ ਪੇਰੈਂਟ ਬਣ ਜਾਂਦੇ ਜਸਟ ਬਿਕੋਜ਼ ਯੂ ਆਰ ਅ ਚਾਈਲਡ। ਪਰ ਬਣ ਤਾਂ ਜਾਂਦੀ, ਫਿਰ ਮਾਪੇ ਕੀ ਕਰਨ ਉਸ ਟਾਈਮ? ਗੱਲ ਇਹ ਹੈ ਕਿ ਅਸੀਂ ਉਹਨਾਂ ਦਾ ਮੂੰਹ ਰੱਖਣ ਦੀ ਖਾਤਰ ਅਸੀਂ ਆਪਣੇ ਬੱਚੇ ਨੂੰ ਜੋ ਚੀਜ਼ ਸਹਿ ਰਿਹਾ ਉਹਨੂੰ ਹਿੰਮਤ ਦੇ ਰਹੇ ਹਾਂ ਕਿ ਕੋਈ ਗੱਲ ਨਹੀਂ, ਉਹ ਇੱਦਾਂ ਕਹਿੰਦੇ ਹੀ ਹੁੰਦੇ ਆ। ਨੋ ਬਿਲਕੁਲ ਨਹੀਂ ਇਹ ਗੱਲ ਕਹਿਣੀ ਉਹ ਇੱਦਾਂ ਕਹਿੰਦੇ ਹੁੰਦੇ ਆ। ਉੱਥੇ ਆਪਣੇ ਆਪ ਨੂੰ ਤੁਸੀਂ ਡਿਫੈਂਡ ਕਰ ਸਕਦੇ ਹੋ, ਤੁਸੀਂ ਆਪਣੇ ਬੱਚੇ ਨੂੰ ਆਊਟ ਆਫ ਦ ਕਰਾਊਡ ਟੂ ਸੇ ਵੀ ਜੋ ਵੀ ਤੁਹਾਡਾ ਰਿਲੇਸ਼ਨਸ਼ਿਪ ਹੈਗਾ ਵੀ ਜੀ ਵੀ ਇਸ ਤਰ੍ਹਾਂ ਨਹੀਂ ਆ ਆਪਾਂ ਬੱਚੇ ਨੂੰ ਕਹਿਣਾ। You can stop them. You can be still respectful. ਐਂਡ ਮੈਨੂੰ ਪਤਾ ਆ ਵੀ ਮੇਰੀ ਆਪਣੀ ਪਰਸਨਲ ਇਹ ਐਕਸਪੀਰੀਅੰਸ ਹੈ ਕਿ ਵੀ ਮੇਰਾ ਬੇਟਾ ਬੈਗੀ ਕਲੋਥਸ ਪਾਉਂਦਾ ਹੁੰਦਾ ਸੀਗਾ। ਕਈ ਵਾਰੀ ਉਹਨੂੰ ਸਾਡੇ ਰਿਸ਼ਤੇਦਾਰਾਂ ਨੇ ਕਹਿਣਾ ਆਪਣੇ ਡੈਡੀ ਦਾ ਸ਼ਰਟ ਪਾਇਆ ਆ। ਮੈਂ ਉੱਥੇ ਕਹਿੰਦੀ ਸੀਗੀ ਵੀ ਯੂ ਕੈਨ ਟੈਲ ਦੈਮ ਮਾਈ ਡੈਡ ਇਜ਼ ਰੀਅਲੀ ਅ ਬਿਗ ਗਾਈ ਐਂਡ ਆਈ ਕੈਨਟ ਫਿਟ ਇਨ ਹਿਸ ਕਲੋਥਸ, ਆਈ ਐਮ ਟੂ ਯੰਗ ਫॉर दैट। ਸੋ ਦੈਟ ਵੇ ਯੂ ਆਰ ਨਾਟ actually disrespecting anyone, but you are protecting yourself by saying it. So ਜੇ ਇਹੀ ਚੀਜ਼ ਮੈਂ ਨਾ ਉਹਨੂੰ ਮੂਹਰੇ ਹੋ ਕੇ ਇਹ ਗੱਲ ਕਰਦੀ ਤਾਂ ਹੋ ਸਕਦਾ ਇਹ ਡੈਮੇਜਿੰਗ ਹੋ ਸਕਦੀ ਸੀਗੀ। ਸੋ ਆਪਣੇ ਬੱਚੇ ਲਈ ਜਿੱਥੇ ਚਾਹੀਦਾ ਬਣਦਾ ਉੱਥੇ ਸਟੈਂਡ ਲੈਣਾ ਚਾਹੀਦਾ, ਮੂੰਹ ਖੋਲੋ, ਉੱਥੇ ਸਟੈਂਡ ਲੈਣਾ ਚਾਹੀਦਾ, ਬਿਲਕੁਲ ਕਰਨਾ ਚਾਹੀਦਾ। ਚਾਹੇ ਉਹ ਕੋਈ ਵੀ ਤੁਹਾਡਾ ਰਿਲੇਸ਼ਨਸ਼ਿਪ ਆ, ਜਿੱਥੇ ਤੁਹਾਨੂੰ ਲੱਗੇ ਤੁਹਾਡੇ ਬੱਚੇ ਦੀ ਜਿਹੜੀ ਸੈਲਫ ਅਸਟੀਮ ਉਹ ਦਾਅ 'ਤੇ ਲੱਗੀ ਆ। ਸਾਡੇ ਹੀ ਪਤਾ ਕੀ ਰਿਵਾਜ ਆ ਰੂਪੀ, ਅਸੀਂ ਇਹ ਕਹਿੰਦੇ ਹਾਂ ਕਿ ਲੈ ਉਹ ਬੱਚੇ ਦੀ ਖਾਤਰ ਫਲਾਣੇ ਦੇ ਲਈ ਖੜਾ ਹੋ ਗਿਆ। ਇੱਕ ਬੱਚੇ ਦੀ ਖਾਤਰ ਦੱਸੋ ਉਹਦੇ ਨਾਲ ਲੜਾਈ ਲੈ ਲਈ, ਕਿਉਂਕਿ ਅਸੀਂ ਇਸ ਚੀਜ਼ ਨੂੰ ਲੜਾਈ ਲੈਣ ਦਾ ਹੀ ਨਾਮ ਦਿੰਦੇ ਹਾਂ। ਜਦੋਂ ਅਸੀਂ ਖੜੇ ਹੁੰਦੇ ਹਾਂ ਨਾ, ਆਪਾਂ ਸਟੈਂਡ ਅਪ ਕਰਦੇ ਹਾਂ ਆਪਣੇ ਬੱਚੇ ਲਈ, ਕਹਿੰਦੇ ਨਿਆਣਿਆਂ ਦੀ ਖਾਤਰ ਦੱਸੋ ਇਹ ਬੋਲ ਬਲੱਕੜ ਹੋ ਗਏ। ਬਿਲਕੁਲ, ਨਿਆਣਿਆਂ ਨੂੰ ਪ੍ਰੋਟੈਕਟ ਕਰਨਾ ਤੁਹਾਡਾ ਹੀ ਫਰਜ਼ ਬਣਦਾ ਆ। ਤੁਸੀਂ ਵੱਡੇ ਜੇ ਸਮਝ ਨਹੀਂ ਸਕਦੇ ਕਿ ਤੁਸੀਂ ਆਪਣੇ ਬੱਚੇ ਨੂੰ ਪ੍ਰੋਟੈਕਟ ਕੀਤਾ, then I think they don't need that respect from you. ਉਹਨਾਂ ਨੂੰ ਹਰ ਇੱਕ ਬੰਦੇ ਨੂੰ ਮੈਂ ਜਿਵੇਂ ਅੱਗੇ ਵੀ ਕਹਿੰਦੀ ਹਾਂ ਵੀ ਸਾਡੇ ਰਿਸ਼ਤਿਆਂ ਦੇ ਵਿੱਚ ਬਾਉਂਡਰੀਜ਼ ਹੈ ਨਹੀਂ ਗੀਆਂ। ਅਸੀਂ ਕਿਸੇ ਵੀ ਹੱਦ ਤੱਕ ਅਸੀਂ ਕਿਸੇ ਵੀ ਰਿਸ਼ਤੇ ਦੇ ਵਿੱਚ ਇੰਨੀ ਇੰਟਰਫੀਅਰੈਂਸ ਕਰਦੇ ਹਾਂ, then we expect that person to not to say anything back. ਸੋ ਰਿਸ਼ਤਿਆਂ ਨੂੰ ਓਨ ਕਰੋ। ਰਿਸ਼ਤਿਆਂ ਦੇ ਵਿੱਚ ਬੰਦੇ ਨੇ ਜਿਹੜੇ ਉਹਨਾਂ ਨੂੰ, ਇਨਸਾਨਾਂ ਨੂੰ ਓਨ ਨਹੀਂ ਕਰਨਾ, ਰਿਸ਼ਤੇ ਨੂੰ ਓਨ ਕਰੋ। ਜਦੋਂ ਤੁਸੀਂ ਰਿਸ਼ਤੇ ਨੂੰ ਓਨ ਕਰੋਗੇ ਤਾਂ ਉਹਦੀਆਂ ਜਿਹੜੀਆਂ ਬਾਉਂਡਰੀਜ਼ ਦੀ ਤੁਸੀਂ ਰਿਸਪੈਕਟ ਕਰੋਗੇ। ਸਹੀ ਹੈ। ਜਦੋਂ ਤੁਸੀਂ ਇਨਸਾਨ ਨੂੰ ਓਨ ਕਰਦੇ ਹੋ ਉਸ ਰਿਸ਼ਤੇ ਦੇ ਵਿੱਚ, ਉਦੋਂ ਤੁਸੀਂ ਨਾ ਤਾਂ ਰਿਸ਼ਤੇ ਦੀ ਕਦਰ ਕਰਦੇ ਹੋ, ਨਾ ਤੁਸੀਂ ਆਪਣੀ ਬਾਉਂਡਰੀ ਦੀ ਕਦਰ ਕਰਦੇ ਹੋ। ਯੂ ਗੋ ਟੂ ਐਨ ਐਕਸਟੈਂਟ ਟੂ ਡਿਸਟਰੋਏ ਦ ਪਰਸਨ। ਐਗਜ਼ੈਕਟਲੀ। ਸੋ ਰੂਪੀ ਆਪਣੇ ਕੋਲ ਲਾਸਟ 1 ਮਿੰਟ ਬਾਕੀ ਹੈ, ਕੁਝ ਹੋਰ ਜਿਹੜੀ ਗੱਲਬਾਤ ਆਪਾਂ ਨਾ ਕਰ ਸਕੇ ਹੋਈਏ ਤੁਹਾਨੂੰ ਲੱਗਦਾ ਕਿ ਸਾਂਝੀ ਕਰਨੀ ਜ਼ਰੂਰੀ ਸੀ? ਬੱਚੇ ਬੋਰਨ ਹੁੰਦੇ ਆ ਜਿਵੇਂ ਪਰਮਾਤਮਾ ਨੇ ਉਹਨਾਂ ਨੂੰ ਇਸ ਦੁਨੀਆ 'ਤੇ ਭੇਜਿਆ ਆ। ਬੱਚਿਆਂ ਦੀ ਪਰਸਨੈਲਿਟੀ ਇੱਕ ਦੂਜੇ ਤੋਂ ਵੱਖ ਹੋਣੀ ਬਿਲਕੁਲ ਸੁਭਾਵਿਕ ਆ।
ਇੱਕ ਬੱਚਾ ਇੰਟੈਲੀਜੈਂਟ ਹੋ ਸਕਦਾ, ਦੂਜਾ ਬੱਚਾ ਘੱਟ ਇੰਟੈਲੀਜੈਂਟ ਹੋ ਸਕਦਾ, ਇੱਕ ਬੱਚਾ ਬਹੁਤ ਖੂਬਸੂਰਤ ਹੋ ਸਕਦਾ, ਦੂਜਾ ਥੋੜ੍ਹਾ ਜਿਹਾ ਘੱਟ ਹੋ ਸਕਦਾ, ਪਰ ਉਹ ਇੱਕ ਬਹੁਤ ਅੱਛਾ ਇਨਸਾਨ ਨੇ। ਦੈਟਸ ਹਾਊ ਯੂ ਵਾਂਟ ਟੂ ਟੇਕ ਕੇਅਰ ਆਫ them. They are the human being. They need your care and you need to do everything. ਜਿਹੜੀ ਆਪਾਂ ਕਹਿੰਦੇ ਨਿਸ਼ਕਾਮ ਜਿਹੜੀ ਸੇਵਾ ਹੁੰਦੀ ਆ, ਉਸ ਤਰੀਕੇ ਦੇ ਨਾਲ ਜਦੋਂ ਤੁਸੀਂ ਬੱਚਿਆਂ ਨੂੰ ਪਾਲਦੇ ਹੋ, they become really good people. ਬਹੁਤ ਬਹੁਤ ਸ਼ੁਕਰੀਆ ਰੂਪੀ, ਥੈਂਕ ਯੂ ਸੋ ਮਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੂਪੀ ਹੁਣਾਂ ਦੇ ਨਾਲ ਇੰਨੀ ਗੱਲਬਾਤ। ਮੈਂ ਉਮੀਦ ਕਰਦੀ ਹਾਂ ਕਿ ਜ਼ਰੂਰ ਕੋਈ ਨਾ ਕੋਈ ਤੁਹਾਨੂੰ ਪਰਸਪੈਕਟਿਵ ਦੇਖਣ ਨੂੰ ਸੁਣਨ ਨੂੰ ਮਿਲਿਆ ਹੋਵੇਗਾ। ਕੋਈ ਫੀਡਬੈਕ ਦੇਣੀ ਹੋਵੇ ਮੈਨੂੰ ਤੁਸੀਂ ਈਮੇਲ ਕਰ ਸਕਦੇ ਹੋ navjot@sherpunjabradio.ca 'ਤੇ।